ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਸੋ ਦੋਸਤੋ, ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਲੇਟੈਸਟ ਅਪਡੇਟਸ ਆਈਆਂ ਨੇ ਉਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਇਸ ਵਕਤ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਅਫਵਾਹਾਂ ਦਾ ਦੌਰ ਸੋਸ਼ਲ ਮੀਡੀਆ ਉੱਤੇ ਜਾਰੀ ਹੈ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰਸ ਦੇ ਉੱਤੇ। ਸੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਕੈਨੇਡੀਅਨ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਤਾਜ਼ਾ ਖਬਰਾਂ ਸਾਹਮਣੇ ਆ ਰਹੀਆਂ ਨੇ। ਅਸੀਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਇਹਨਾਂ ਵਿੱਚ ਕਿੰਨੀ ਕੁ ਸੱਚਾਈ ਹੈਗੀ ਆ। ਤੇ ਸਭ ਤੋਂ ਪਹਿਲਾਂ ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ, ਲੇਟੈਸਟ ਜੋ ਇਸ ਵਕਤ ਇਨਫੋਰਮੇਸ਼ਨ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਆਈ ਹੋਵੇ, ਕੋਈ ਅਪਡੇਸ਼ਨ ਆਈ ਹੋਵੇ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਪਹਿਲਾਂ ਸਾਂਝੀ ਕਰਿਓ, ਕਿਉਂਕਿ ਪੈਂਡੈਮਿਕ ਦਾ ਸਮਾਂ ਆ ਤੇ ਵੇਟ ਕਰ ਰਹੇ ਨੇ ਕਿ ਕਰਕੇ ਕਦੋਂ ਸਭ ਕੁਝ ਓਪਨ ਹੋ ਰਿਹਾ। ਜੀ ਤਰਨ, ਸੋ ਓਪਨ ਹੋਣਾ ਸ਼ੁਰੂ ਹੋ ਗਿਆ ਜੀ। ਸੋ ਜਿਹੜੇ ਕੋਰਟ ਨੇ ਜੀ, IRB ਇਮੀਗ੍ਰੇਸ਼ਨ ਰੈਫਿਊਜੀ ਬੋਰਡ ਹੈਗਾ, ਉਹਦੇ ਥੱਲੇ ਜਿੰਨੀਆਂ ਵੀ ਡਿਵੀਜ਼ਨਸ ਨੇ, ਚਾਹੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਹੈ, ਇਮੀਗ੍ਰੇਸ਼ਨ ਡਿਵੀਜ਼ਨ ਹੈ, ਚਾਹੇ ਉਹ ਰੈਫਿਊਜੀ ਡਿਵੀਜ਼ਨ ਹੈਗੀ ਹੈ, ਉਹ ਸਾਰਿਆਂ ਦੇ ਹੁਣ ਖੁੱਲਣ ਦਾ ਜਿਹੜਾ ਸਮਾਂ ਆ ਗਿਆ। ਸੋ 15 ਜੂਨ ਤੋਂ ਜਿਹੜਾ ਵੈਨਕੂਵਰ ਕੋਰਟ ਹੈਗਾ, ਵੈਨਕੂਵਰ IRB ਹੈ, ਉਹਨਾਂ ਨੇ 15 ਜੂਨ ਤੋਂ ਆਪਣੀਆਂ ਜਿਹੜੀਆਂ ਕਾਗਜ਼ ਦੇ ਤੌਰ ਤੇ ਮੇਲ ਹੈ ਉਹ ਲੈਣੀ ਸ਼ੁਰੂ ਕਰਤੀ ਹੈ। ਪਹਿਲਾਂ ਈਮੇਲ ਤੇ ਸਭ ਕੁਝ ਹੋ ਰਿਹਾ ਸੀ, ਹੁਣ ਉਹ ਕਾਗਜ਼ ਦੇ ਤੌਰ ਤੇ ਵੀ ਲੈਣਾ ਸ਼ੁਰੂ ਹੋ ਗਿਆ। ਤੇ ਦੂਜਾ, ਜਿਹੜੀ ਆਉਣ ਵਾਲੀ 20 ਜੁਲਾਈ ਹੈ, ਉਦੋਂ ਤੋਂ ਜਿਹੜੀਆਂ ਹੀਅਰਿੰਗਸ ਨੇ ਉਹ ਵੀ ਸ਼ੁਰੂ ਹੋ ਜਾਣਗੀਆਂ ਵੈਨਕੂਵਰ ਦਫ਼ਤਰ ਦੇ ਵਿੱਚੋਂ। ਸੋ ਜਿਹੜਾ ਵੈਨਕੂਵਰ ਦੇ ਵਿੱਚੋਂ ਇਮੀਗ੍ਰੇਸ਼ਨ ਡਿਵੀਜ਼ਨ, ਇਮੀਗ੍ਰੇਸ਼ਨ ਅਪੀਲ ਡਿਵੀਜ਼ਨ, ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ, ਰੈਫਿਊਜੀ ਅਪੀਲ ਡਿਵੀਜ਼ਨ ਦੇ ਸਾਰੀਆਂ ਹੀਅਰਿੰਗਸ ਨੇ ਜਿਹੜੀਆਂ ਉਹ 20 ਜੁਲਾਈ ਤੋਂ ਸ਼ੁਰੂ ਹੋ ਜਾਣੀਆਂ ਨੇ। ਸੋ ਇਹ ਜਿਹੜਾ ਪ੍ਰੋਸੈਸ ਹੈਗਾ, ਕਿਉਂਕਿ BC ਸਭ ਤੋਂ ਪਹਿਲਾਂ ਖੁੱਲਿਆ ਸੀ, ਸੋ ਉੱਥੇ ਸਭ ਤੋਂ ਪਹਿਲਾਂ ਵਾਰੀ ਆਈ ਹੈ। ਤੇ ਆਪਣੇ ਇੱਥੇ ਟੋਰਾਂਟੋ ਤੇ ਮੌਂਟਰੀਆਲ ਦੇ ਵਿੱਚੋਂ ਤੇ ਰਹਿੰਦੇ ਹੋਰ ਸ਼ਹਿਰਾਂ ਦੇ, ਕੈਲਗਰੀ, ਐਡਮਿੰਟਨ, ਵਿਨੀਪੈਗ ਦੇ ਵਿੱਚੋਂ ਇਹ ਕਾਰਵਾਈ ਹੈ ਜਿਹੜੀ ਕੱਲ 22 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈਗੀ ਹੈ। ਸੋ 22 ਜੁਲਾਈ ਤੋਂ ਹੁਣ ਦਫ਼ਤਰ ਖੁੱਲ ਗਏ ਨੇ ਜਿਹੜੇ ਕੋਰਟ ਦੇ ਨੇ, ਤੇ ਆਪਾਂ ਕੋਈ ਵੀ ਜਿਹੜੇ ਕਾਗਜ਼ ਪੱਤਰ ਹੈ ਉੱਥੇ ਭੇਜ ਸਕਦੇ ਹੈਗੇ ਆ। ਤੇ ਇਹਦੇ ਨਾਲ ਨਾਲ ਆਪਣੀਆਂ ਜਿਹੜੀਆਂ ਸੁਣਵਾਈਆਂ ਹੈਗੀਆਂ ਨੇ ਉਹ ਅਗਸਤ ਤੇ ਜਿਹੜਾ 3 ਤਰੀਕ ਤੋਂ ਬਾਅਦ ਸ਼ੁਰੂ ਹੋ ਜਾਣਗੀਆਂ। ਸੋ ਵੈਨਕੂਵਰ ਦੇ ਵਿੱਚ 20 ਜੁਲਾਈ ਤੋਂ ਸ਼ੁਰੂ ਹੋ ਜਾਣੀਆਂ ਨੇ, ਆਪਣੀਆਂ ਇਹ 3 ਅਗਸਤ ਤੋਂ ਬਾਅਦ ਜਿਹੜੀਆਂ ਸ਼ੁਰੂ ਹੋ ਜਾਣੀਆਂ ਨੇ। ਤੇ ਜਿਹੜੇ ਰਹਿੰਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਵੀ ਉਸੇ ਸਮੇਂ ਤੋਂ ਸ਼ੁਰੂ ਹੋ ਜਾਣਗੀਆਂ। ਸੋ ਇਹ ਬਹੁਤ ਖੁਸ਼ੀ ਵਾਲੀ ਖਬਰ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਅਪੀਲ ਦੇ ਕੇਸ ਰੁਕੇ ਹੋਏ ਸੀ, ਖਾਸ ਕਰਕੇ ਜਿੱਥੇ ਵਿਆਹ ਵਾਲੇ ਕੇਸ ਸੀਗੇ ਜੀ, ਉਹਨਾਂ ਦੇ ਵਿੱਚੋਂ ਅਪੀਲ ਨਾ ਹੋਣ ਕਰਕੇ ਸਪਾਊਸਸ ਨੂੰ ਵੱਖਰੇ ਵੱਖਰੇ ਰਹਿਣਾ ਪੈ ਰਿਹਾ ਸੀਗਾ, ਜਾਂ ਜਿਨ੍ਹਾਂ ਦੇ ਰੈਫਿਊਜੀ ਕੇਸ ਚੱਲ ਰਹੇ ਸੀਗੇ ਤੇ ਉਹਨਾਂ ਨੂੰ ਉਹਨਾਂ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਸੀਗੀ, ਜਾਂ ਕਈਆਂ ਨੂੰ ਦੇਸ਼ ਨਿਕਾਲੇ ਦਾ ਆਰਡਰ ਸੀਗਾ, ਉਹਨਾਂ ਦੇ ਵੀ ਮੁਸ਼ਕਲ ਹੋਈ ਵੀ ਸੀਗੀ। ਸੋ ਇਹ ਸਾਰੇ ਜਿੰਨੇ ਅਪੀਲ ਦੇ ਮਾਮਲੇ ਨੇ ਇਹ ਹੁਣ ਆਉਣ ਵਾਲੇ ਸਮੇਂ 'ਚ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਤੇ ਕੰਟੈਕਟ ਵੀ ਕੋਰਟ ਨੇ ਕਰਨਾ ਸ਼ੁਰੂ ਕਰਤਾ ਹੈ ਰੀਸਕੈਜੂਅਲ ਕਰਨ ਲਈ। ਤੇ ਵੈਨਕੂਵਰ ਦੇ ਵਿੱਚੋਂ ਤਾਂ 2 ਹੀਅਰਿੰਗਸ ਆਲਰੇਡੀ ਸਕੈਜੂਅਲ ਵੀ ਹੋ ਚੁੱਕੀਆਂ ਨੇ ਖੁੱਲ੍ਹਣ ਤੋਂ ਬਾਅਦ। ਸੋ ਜਿਹੜਾ 20 ਜੁਲਾਈ ਵਾਲਾ ਹਫਤਾ ਉਹ ਤੋਂ ਬਾਅਦ ਹੀਅਰਿੰਗ ਸ਼ੁਰੂ ਹੋ ਜਾਣੀ ਹੈ, ਤੇ ਆਪਣੇ ਵੀ ਇੱਥੇ 3 ਅਗਸਤ ਵਾਲੇ ਤੋਂ ਬਾਅਦ ਸ਼ੁਰੂ ਹੋ ਜਾਣੀਆਂ ਨੇ। ਸੋ ਇਹ ਸਟੈਪ ਇਨ ਦ ਰਾਈਟ ਡਾਇਰੈਕਸ਼ਨ ਹੈਗਾ। ਸੋ ਹੁਣ ਉਹਨਾਂ ਲੋਕਾਂ ਦਾ ਇੰਤਜ਼ਾਰ ਖਤਮ ਹੋ ਜਾਊਗਾ ਜੀ ਜਿਨ੍ਹਾਂ ਨੇ ਅਪੀਲ ਕੀਤੀ ਹੋਈ ਸੀ ਤੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਸਰ, ਅਪੀਲਸ ਦੇ ਉੱਤੇ ਪੈਂਡੈਮਿਕ ਦੇ ਕਰਕੇ ਜੋ ਇਸ ਵਕਤ ਲੋਕਡਾਊਨ ਹੋਇਆ ਸੀ, ਇਹਦਾ ਕੋਈ ਅਸਰ ਦੇਖਣ ਨੂੰ ਮਿਲੂਗਾ? ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਵਿਦੇਸ਼ਾਂ ਤੋਂ ਵੀ ਜਿਹੜੇ PR ਪ੍ਰੋਸੈਸਿੰਗ ਕੇਸ ਸੀ ਉਹ ਵੀ ਕੁਝ ਸਮੇਂ ਲਈ ਬੰਦ ਕੀਤੇ ਹੋਏ ਆ, ਔਨ ਹੋਲਡ ਕੀਤੇ ਹੋਏ ਨੇ। ਤੇ ਇੱਥੇ ਕੈਨੇਡੀਅਨ ਐਕਸਪੀਰੀਅੰਸ ਵਾਲਿਆਂ ਨੂੰ ਜਿਸ ਪ੍ਰਕਾਰ ਦੇ ਨਾਲ ਪੁਆਇੰਟਸ ਲਗਾਤਾਰ ਨੀਚੇ ਆ ਰਹੇ ਸੀ, ਸੋ ਅਪੀਲਸ ਨੂੰ ਲੈ ਕੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਜਿੰਨਾ ਟਾਰਗੇਟ ਸੀ ਉਹਨਾਂ ਪੂਰਾ ਨਹੀਂ ਹੋ ਪਾ ਰਿਹਾ, ਕੀ ਕੋਈ ਪੋਜ਼ਿਟਿਵ ਨਿਊਜ਼ ਮਿਲ ਸਕਦੀ ਹੈ ਕਿ ਇਸ ਵਾਰੀ ਥੋੜੀ ਸਖਤੀ ਘੱਟ ਹੋਏਗੀ? ਨਹੀਂ, ਜਦੋਂ ਮਾਮਲਾ ਕੋਰਟ 'ਚ ਹੈਗਾ ਤਾਂ ਕੋਰਟ ਤਾਂ ਇੱਕ ਇੰਡੀਪੈਂਡੈਂਟ ਬਾਡੀ ਹੈ, ਸੋ ਉਹਨੇ ਇਮੀਗ੍ਰੇਸ਼ਨ ਦੇ ਟਾਰਗੇਟਸ ਨਾਲ ਕੋਈ ਸੰਬੰਧ ਨਹੀਂ। ਉਹਨੇ ਤਾਂ ਇਹ ਫੈਸਲਾ ਦੇਖਣਾ ਕਿ ਇਮੀਗ੍ਰੇਸ਼ਨ ਨੇ ਫੈਸਲਾ ਸਹੀ ਕੀਤਾ ਹੈਗਾ ਜਾਂ ਨਹੀਂ ਕੀਤਾ। ਜੇ ਸਹੀ ਨਹੀਂ ਫੈਸਲਾ ਕੀਤਾ ਤਾਂ ਜਿਹੜੀ ਅਪੀਲ ਅਲਾਓ ਕੀਤੀ ਜਾਵੇ, ਜੇ ਉਹ ਫੈਸਲਾ ਸਹੀ ਹੈ ਤਾਂ ਅਪੀਲ ਨੂੰ ਡਿਸਮਿਸ ਕਰ ਦਿੱਤਾ ਜਾਵੇ। ਸੋ ਉੱਥੇ ਤਾਂ ਨਹੀਂ ਫਰਕ ਪਊਗਾ, ਹਾਂ, ਪਰ ਪ੍ਰੋਸੈਸਿਸ 'ਚ ਬਹੁਤ ਫਰਕ ਪਊਗਾ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿੰਨੀਆਂ ਵੀ ADRs ਹੋ ਰਹੀਆਂ ਨੇ, ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ, ਸੋ ਉਹ ਇੱਕ ਮੀਟਿੰਗ ਹੈਗੀ ਹੈ ਜਿਹੜੀ ਸੁਣਵਾਈ ਤੋਂ ਪਹਿਲਾਂ ਹੁੰਦੀ ਹੈ ਕਿ ਜਿੱਥੇ ਕੋਰਟ ਤੋਂ ਬਿਨਾਂ ਸੁਣਵਾਈ ਕਰੇ ਫੈਸਲਾ ਕਰ ਲਿਆ ਜਾਵੇ। ਉਹ ਹੁਣ ਟੈਲੀਫੋਨ ਤੇ ਹੀ ਹੋਇਆ ਕਰਨਗੀਆਂ। ਸੋ ਉਹਦੇ 'ਚ ਇਨ ਪਰਸਨ ਨਹੀਂ ਹੋਊਗਾ, ਕਿਉਂਕਿ ADR ਦੇ ਵਿੱਚੋਂ ਅਕਸਰ ਆਪਾਂ 5 ਜਾਂ 6 ਜਾਣੇ ਇੱਕ ਟੇਬਲ ਦੇ ਦੁਆਲੇ ਬੈਠ ਕੇ ਗੱਲਬਾਤ ਕਰਦੇ ਹਾਂ, ਤੇ ਉੱਥੇ ਜਿਹੜਾ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਕਈ ਵਾਰੀ ਮੁਸ਼ਕਲ ਹੁੰਦਾ ਜਦੋਂ ਆਪਾਂ ਇੱਕ ਟੇਬਲ ਦੇ ਆਲੇ ਦੁਆਲੇ ਬੈਠੇ ਹਾਂ।
ਸੋ ਉਹਨਾਂ ਨੂੰ ਫੋਨ ਦੇ ਥਰੂ ਹੀ ਕੀਤਾ ਜਾਊਗਾ। ਤੇ ਜੀ ਜਿਹੜੀਆਂ ਮੈਂ ਆਪਣੇ ਹੁੰਦੀਆਂ ਨੇ 1 ਇਨ ਮਿੰਟ ਸਰ ਪਰਸਨ ਕਾਲਰ ਨੂੰ ਜ਼ਰੂਰ ਕਵਾਂਗੀ 1 ਮਿੰਟ ਲਈ ਪਲੀਜ਼ ਹੋਲਡ ਕਰਿਓ ਖੈਰਾ ਜੀ ਇਨਫੋਰਮੇਸ਼ਨ ਦੇ ਰਹੇ ਨੇ ਜੀ ਖੈਰਾ ਜੀ ਤੇ ਜਿਹੜੀਆਂ ਇਨ ਪਰਸਨ ਹੀਅਰਿੰਗਸ ਹੁੰਦੀਆਂ ਹੂੰ ਹੈਗੀਆਂ ਨੇ ਤਰਨ, ਕਿਉਂਕਿ ਕੋਰਟ ਰੂਮ ਬਹੁਤ ਵੱਡੇ ਹੂੰ ਹੁੰਦੇ ਹੈਗੇ ਆ, ਤੇ ਉੱਥੇ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਹਨੂੰ ਮੇਨਟੇਨ ਕੀਤਾ ਜਾ ਸਕਦਾ ਹੁੰਦਾ ਹੈ। ਸੋ ਉੱਥੇ ਤਾਂ ਉਹ ਜਿਹੜੀਆਂ ਹੀਅਰਿੰਗਸ ਇਨ ਪਰਸਨ ਹੀ ਹੋਣਗੀਆਂ, ਹੂੰ ਪਰ ਜਿਹੜੀਆਂ ਏਡੀਆਰਸ ਨੇ ਉਹ ਹੁਣ ਟੈਲੀਫੋਨ ਦੇ ਹੀ ਥਰੂ ਹੋਇਆ ਕਰਨਗੀਆਂ ਜੀ। ਜੀ ਸੋ ਕਈ ਵਾਰੀ ਕੀ ਹੁੰਦਾ ਹੈਗਾ, ਜਦ ਟੈਲੀਫੋਨ ਤੇ ਹੁੰਦੀ ਆ, ਆਪਾਂ ਨੂੰ ਇੱਕ ਦੂਜੇ ਦੀ ਸ਼ਕਲ ਨਹੀਂ ਦਿਖ ਰਹੀ ਹੂੰ ਹੁੰਦੀ, ਤੇ ਆਪਾਂ ਨੂੰ ਉਹਦਾ ਡਿਮੀਨਰ ਵੀ, ਉਹਦੇ ਹਾਵ ਭਾਵ ਨਹੀਂ ਦਿਖ ਰਹੇ ਹੁੰਦੇ। ਜੀ ਸੋ ਸ਼ਾਇਦ ਇਹ ਇੱਕ ਆਉਣ ਵਾਲੇ ਨਵੇਂ ਸਮੇਂ ਦੀ ਗੱਲ ਹੋਊਗੀ ਕਿ ਜਿੱਥੇ ਹਾਵ ਭਾਵ ਦਾ ਅੰਦਾਜ਼ਾ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ। ਬਿਲਕੁਲ ਜੀ ਸਰ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਸਾਨੂੰ ਕੁਆਰੀਜ਼ ਲਗਾਤਾਰ ਆ ਰਹੀਆਂ ਨੇ ਪਹਿਲਾਂ ਪੈਨੇ ਦੀ ਥੋੜੀ ਜਿਹੀ ਕਾਲਸ ਦੀਆਂ ਜ਼ਰੂਰ ਅਟੈਂਡ ਕਰ ਲਈਏ ਤਾਂ ਕਿ ਇਹਨਾਂ ਨੂੰ ਆਨਸਰ ਦੇ ਜੀ ਸਕੀਏ ਜੀ ਜੀ ਪਹਿਲੇ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ ਕਾਲਰ ਇਸ ਵਕਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਕਿੱਥੋਂ ਬੋਲ ਰਹੇ ਹੋ ਮੈਮ ਮੈਮ ਮੇਰਾ ਨਾਮ ਸਿਮਰਨਜੀਤ ਕੌਰ ਹੈ, ਮੈਂ BC ਤੋਂ ਬੋਲਦੀ ਪਈ ਹਾਂ। ਜੀ ਸਿਮਰਨ ਦੱਸੋ ਕੀ ਪੁੱਛਣਾ ਹਾਂਜੀ ਮੈਮ, ਮੈਂ ਰਿਲੀਜੀਅਸ ਵਰਕਰ ਦੇ ਬਾਰੇ ਪੁੱਛਣਾ ਸੀ ਕਿ ਇਹਦਾ ਕੀ ਪੁਆਇੰਟ ਸਿਸਟਮ ਹੁੰਦਾ ਹੈ, ਇਹਦੇ ਵਿੱਚ ਪੁਆਇੰਟ ਕਿੰਨੇ ਚਾਹੀਦੇ, ਸਾਨੂੰ ਕੁਝ ਦੱਸ ਸਕਦੇ ਸਰ? ਜੀ ਖੈਰਾ ਜੀ ਤੁਹਾਨੂੰ ਸਵਾਲ ਸੁਣ ਗਿਆ ਰਿਲੀਜੀਅਸ ਵਰਕਰ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਨੇ ਇਹ ਸੋ ਰਿਲੀਜੀਅਸ ਵਰਕਰ ਤੇ ਲਈ ਤਾਂ ਕੋਈ ਪੁਆਇੰਟ ਨਹੀਂ ਚਾਹੀਦਾ ਜੀ। ਰਿਲੀਜੀਅਸ ਵਰਕਰ ਲਈ ਤਾਂ ਤੁਹਾਨੂੰ ਹਾਂਜੀ ਤੁਸੀਂ ਜ਼ਰੂਰ ਟੀਵੀ ਜ਼ਰੂਰ। ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਮੈਮ ਹੈਲੋ, ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਹਾਂਜੀ ਅਸੀਂ ਸਰੀ ਤੋਂ ਸਰੀ ਤੋਂ ਬੋਲ ਰਹੇ ਹਾਂ। ਹਾਂਜੀ ਦੱਸੋ ਕੀ ਪੁੱਛਣਾ ਵੈਲਕਮ। ਹਾਂਜੀ, ਸਾਡਾ ਕੁਐਸਚਨ ਹੈ ਕਿ ਜਿੱਦਾਂ ਅਸੀਂ ਇੱਥੇ PR ਆ ਤੇ ਅਸੀਂ ਆਪਣੇ ਪੈਰੈਂਟਸ ਇੱਥੇ ਸਪਾਂਸਰ ਕਰਨੇ ਆ PR ਤੇ ਮਤਲਬ ਕਿਹੜੀ ਪ੍ਰੋਵਿੰਸ ਆ ਜਿੱਥੇ ਸਭ ਈਜ਼ੀ ਹੋਏਗਾ, ਮਤਲਬ ਫਾਸਟ ਐਂਡ ਈਜ਼ੀ ਆ ਪੂਰੇ ਕੈਨੇਡਾ ਚੋਂ? ਜੀ ਖੈਰਾ ਜੀ ਆਪਾਂ ਕੁਝ ਪੁੱਛਣਾ ਜਾਂ ਆਨਸਰ ਦਈਏ ਨਹੀਂ ਆਨਸਰ ਦੇ ਤੁਸੀਂ ਟੀਵੀ ਸਕਦੇ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹੈਲੋ 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 ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਮੈਮ ਮੈਂ ਇਹ ਦੁਬਈ ਤੋਂ ਬੋਲ ਰਹੀ। ਹਾਂਜੀ ਮੇਰਾ ਸਰ ਨਾਮ ਜਗਦੀਪ ਸਿੰਘ ਹੈ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਦੱਸੋ ਕੀ ਪੁੱਛਣਾ ਸਰ ਹਾਂਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਰ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ ਜੀ, ਮੇਰਾ ਦੁਬਈ ਤੋਂ ਦਾ ਵੀਜ਼ਾ ਲੱਗਾ ਜੀ ਟਰੱਕ ਡਰਾਈਵਰ ਦਾ, ਹੂੰ ਤੇ ਹੁਣ ਮੈਂ ਕੈਨੇਡਾ ਆਉਣਾ ਜੀ। ਮੇਰੀ ਟਿਕਟ ਯਾਨੀ ਕਿ ਬੁੱਕ ਅਗਲੇ ਮਹੀਨੇ ਦੀ ਜੁਲਾਈ ਦੀ। ਤੇ ਜੀ। ਮੈਂ ਮੈਨੂੰ ਕੀ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਪੈਣਗੀਆਂ ਜੀ? ਉਹ ਤਾਂ ਮੈਂ 14 ਦਿਨ ਦੀ ਹੋਟਲ ਵੀ ਬੁੱਕ ਕੀਤਾ ਹੋਇਆ ਵਾ। ਹੂੰ ਤੇ ਹੋਰ ਮੈਮ ਇੱਥੋਂ ਕੋਈ ਦੁਬਈ ਤੋਂ ਕੋਈ ਇੱਦਾਂ ਦਾ ਹੈਗਾ ਜਾਂ ਵੀ ਕਰੋਨਾ ਟੈਸਟ ਕਰਾਉਣਾ ਕੋਈ ਇੱਦਾਂ ਹੀ ਲੋੜ ਹੈਗੀ ਹੈ? ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਔਰ ਖੈਰਾ ਜੀ ਆਪਾਂ ਇਹਦਾ ਜਵਾਬ ਦੇ ਸਕਦੇ ਹਾਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਜੀ ਤਰਨ, ਆਪਾਂ ਹਾਂਜੀ ਜਿਹੜਾ ਇਹ ਅੱਜ ਮੈਂ ਟੌਪਿਕ ਜਿਹੜਾ ਲਾਰਜਰ ਐਕਸਟੈਂਟ ਤੱਕ ਡਿਸਕਸ ਕਰਨਾ ਚਾਹੁੰਦਾ ਜੀ ਸੀਗਾ। ਇਹਨਾਂ ਦਾ ਸਵਾਲ ਆਇਆ ਹੈਗਾ, ਜੀ ਆਪਾਂ ਟੀਵੀ ਸੋ ਸਕਰੀਨ ਆਪਾਂ ਤੇ ਇਹਦਾ ਦਿੰਦੇ ਹਾਂ ਜਵਾਬ ਠੀਕ ਹੈ ਜੀ ਜੀ ਸਰ ਤੁਸੀਂ ਟੀਵੀ ਜੀ ਸਕਰੀਨ ਜੀ। ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹੈਲੋ ਹੈਲੋ ਹੈਲੋ, ਹਾਂਜੀ ਕੁਐਸਚਨ ਸੀ ਸਾਡਾ ਜੀ ਕੈਨੇਡੀਅਨ ਇਮੀਗ੍ਰੇਸ਼ਨ ਰਿਲੇਟਡ ਪੈਰੈਂਟ ਸਪਾਂਸਰ ਲਈ। ਬਿਲਕੁਲ ਮੈਮ ਕਿੱਥੋਂ ਬੋਲ ਰਹੇ ਹੋ ਤੁਸੀਂ ਸਰੀ ਤੋਂ ਜੀ। ਜੀ ਦੱਸੋ ਕੀ ਪੁੱਛਣਾ ਤੁਸੀਂ ਅਸੀਂ ਪੁੱਛਣਾ ਸੀ ਕਿ ਜੇ ਅਸੀਂ ਇੱਥੇ PR ਆ ਤੇ ਅਸੀਂ ਆਪਣੇ ਉੱਥੋਂ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ PR ਤੇ ਸਪਾਂਸਰ ਕਰਨੇ ਆ ਤੇ ਕਿਹੜੀ ਪ੍ਰੋਵਿੰਸ ਸਾਡੇ ਲਈ ਤੁਸੀਂ ਹੁਣੀ ਮੈਮ best ਕਾਲ ਰਹੇਗੀ? ਕਰਕੇ ਹਟੇ ਹੋ ਮੈਂ ਤੁਹਾਡਾ ਕੁਐਸਚਨ ਨੋਟ ਕਰ ਚੁੱਕੀ ਹਾਂ ਤੁਸੀਂ ਟੀਵੀ ਸਕਰੀਨ ਤੇ Okay, ਆਨਸਰ sir. ਸੁਣ ਸਕਦੇ ਹੋ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਓਕੇ ਜੀ, ਓਕੇ, ਥੈਂਕ ਯੂ ਸੋ ਮਚ ਕਾਲ ਕਰਨ ਲਈ ਜੀ ਸਰ ਅਸੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ ਸਰੀ ਤੋਂ BC ਤੋਂ ਜਿਨ੍ਹਾਂ ਦੀ ਕਾਲ ਆਈ ਸੀ ਰਿਲੀਜੀਅਸ ਵਰਕਰ ਲਈ ਪੁਆਇੰਟਸ ਦੀ ਗੱਲ ਕਰ ਰਹੇ ਸੀ ਉਹ ਜੀ। ਸੋ ਰਿਲੀਜੀਅਸ ਵਰਕਰ ਅਪਲਾਈ ਕਰਨ ਲਈ ਕੋਈ ਪੁਆਇੰਟ ਸਿਸਟਮ ਦਾ ਰਿਕੁਆਇਰਮੈਂਟ ਨਹੀਂ ਹੈਗਾ। ਪਹਿਲਾਂ ਤਾਂ ਰਿਲੀਜੀਅਸ ਪਲੇਸ ਨੇ ਤੁਹਾਨੂੰ ਜਿਹੜਾ ਵਰਕ ਪਰਮਿਟ ਹੈ ਜੀ ਜਿਹੜਾ ਉਹਦੇ ਲਈ ਕਰਨਾ ਹੈਗਾ, ਤੇ ਜਦੋਂ ਤੁਹਾਡਾ ਵਰਕ ਪਰਮਿਟ ਹੋ ਜਾਂਦਾ ਤੁਸੀਂ ਉੱਥੇ ਅਪਲਾਈ ਕੰਮ ਕਰਦੇ ਹੋ, ਉਹ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸ ਲਈ ਤੁਸੀਂ ਅਪਲਾਈ ਕਰਦੇ ਹੋ। ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਰਿਲੀਜੀਅਸ ਪਲੇਸ ਆ ਉਹਦੇ ਵੱਲੋਂ ਹੀ ਜੌਬ ਆਫਰ ਹੈ ਜਿਹੜਾ ਉਹ ਚਾਹੀਦਾ ਹੁੰਦਾ ਹੈਗਾ। ਤੇ ਇਹ ਮੇਨਲੀ ਅਪਲਾਈ ਕਰਦਾ ਹੈਗਾ ਉਹਨਾਂ ਲੋਕਾਂ ਦੇ ਉੱਤੇ, ਕਿਉਂਕਿ ਉਹ ਕਈ ਵਾਰੀ ਪੁਆਇੰਟ ਸਿਸਟਮ ਦੇ ਉੱਤੇ ਕੁਆਲੀਫਾਈ ਨਹੀਂ ਕਰਦੇ ਹੈਗੇ ਉਹ, ਕਿਉਂਕਿ ਉਹਨਾਂ ਦੀ ਕਈ ਵਾਰੀ ਐਜੂਕੇਸ਼ਨ ਜਾਂ ਲੈਂਗੁਏਜ ਰਿਕੁਆਇਰਮੈਂਟਸ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ। ਸੋ ਉਹਨਾਂ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਆਪਣੀ ਐਪਲੀਕੇਸ਼ਨ ਜਿਹੜੀ ਉਹ ਲਾਉਣੀ ਪੈਂਦੀ ਹੈ। ਉਹ ਪੁਆਇੰਟ ਸਿਸਟਮ ਦੇ ਵਿੱਚੋਂ ਐਪਲੀਕੇਸ਼ਨ ਦਾ ਜਿਹੜਾ ਕ੍ਰਾਈਟੇਰੀਆ ਉਹ ਨਹੀਂ ਹੁੰਦਾ ਹੈਗਾ। ਸੋ ਇਹਦੇ ਲਈ ਕੀ ਉਹ ਕੰਮ ਕਰ ਰਹੇ ਨੇ, ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ, ਉਹਨਾਂ ਦੀ ਪੜ੍ਹਾਈ ਲਿਖਾਈ ਕੀ ਹੈ, ਇਹ ਸਾਰੀਆਂ ਚੀਜ਼ਾਂ ਉਹਦੇ 'ਚ ਮੈਟਰ ਕਰਦੀਆਂ ਹੈਗੀਆਂ ਨੇ। ਸੋ ਮੈਂ ਕਾਲਰ ਨੂੰ ਰਿਕੁਐਸਟ ਕਰੂੰਗਾ ਜੀ ਉਹ ਆਪਣਾ ਕੇਸ ਡਿਸਕਸ ਕਰਨ ਲਈ ਆਫਿਸ ਨੂੰ ਕਾਲ ਕਰ ਲੈਣ, ਕਿਉਂਕਿ ਕਈ ਵਾਰੀ ਆਪਾਂ ਇੱਥੇ ਨਹੀਂ ਸਵਾਲ ਪੁੱਛ ਸਕਦੇ ਹੁੰਦੇ, ਉਹਦੇ ਨਾਲ ਆਈਡੈਂਟੀਟੀ ਰਿਵੀਲ ਹੋਣ ਦੀ ਗੱਲ ਰਹਿੰਦੀ ਹੈ ਵੀ ਉਹ ਕਿਹੜਾ ਰਿਲੀਜੀਅਸ ਪਲੇਸ ਹੈ ਜੀ ਤੇ ਕੌਣ ਉੱਥੇ ਕੰਮ ਕਰ ਰਿਹਾ। ਸੋ ਉਹ ਚੀਜ਼ਾਂ ਆਪਾਂ ਇਨ ਜਨਰਲ ਪਬਲਿਕ ਡਿਸਕਸ਼ਨ ਨਹੀਂ ਕਰ ਸਕਦੇ।
ਤੋਂ ਮੈਮ ਨੇ ਕਾਲ ਕੀਤੀ ਸੀ ਕਿ ਉਹ ਪੀਆਰ ਹੋਲਡਰ ਨੇ, ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਚਾਹੁੰਦੇ ਨੇ, ਤੇ ਕਿਹੜੀ ਪ੍ਰੋਵਿੰਸ ਜ਼ਿਆਦਾ ਬੈਟਰ ਰਹੇਗੀ ਜਿੱਥੇ ਜਲਦੀ ਹੋ ਸਕੇ ਮੈਟਰ। ਹਾਂਜੀ, ਸੋ ਇਹ ਪ੍ਰੋਵਿੰਸ਼ੀਅਲ ਪ੍ਰੋਗਰਾਮ ਨਹੀਂ ਹੈਗਾ ਤਰਨ। ਹੂੰ ਇਹ ਜਿਹੜਾ ਪ੍ਰੋਗਰਾਮ ਹੈ ਇਹ ਫੈਡਰਲ ਪ੍ਰੋਗਰਾਮ ਹੈਗਾ। ਸੋ ਜਿਹੜੀ ਪੈਰੈਂਟਲ ਸਪਾਂਸਰਸ਼ਿਪ ਹੈ, ਫੈਡਰਲ ਸਰਕਾਰ ਇਹਨੂੰ ਰੈਗੂਲੇਟ ਕਰਦੀ ਹੈ। ਉਹ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੀ ਪ੍ਰੋਵਿੰਸ ਦੇ ਵਿੱਚੋਂ ਰਹਿੰਦੇ ਹੋ, ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਹੈਗਾ। ਤੇ ਜਿਹੜਾ ਵੀ ਕ੍ਰਾਈਟੇਰੀਆ ਉਹ ਸਭ ਪ੍ਰੋਵਿੰਸਸ ਲਈ ਕੋਈ ਕ੍ਰਾਈਟੇਰੀਆ ਹੈਗਾ। ਤੇ ਦੂਜਾ, ਇਹ ਤੁਹਾਡਾ ਕੇਸ ਨਹੀਂ ਹੈਗਾ, ਇਹ ਤੁਹਾਡੇ ਪੈਰੈਂਟਸ ਦਾ ਕੇਸ ਹੈਗਾ। ਸੋ ਜਿਹੜੇ ਦੋ ਹਿੱਸੇ ਨੇ ਕੇਸ ਦੇ, ਸਭ ਤੋਂ ਪਹਿਲਾ ਹਿੱਸਾ ਹੈਗਾ ਸਪਾਂਸਰਸ਼ਿਪ, ਜਿਹੜਾ ਕਿ ਤੁਸੀਂ ਉਹ ਕ੍ਰਾਈਟੇਰੀਆ ਪੂਰਾ ਕਰਨਾ ਹੈ। ਜਦੋਂ ਤੁਹਾਡਾ ਕ੍ਰਾਈਟੇਰੀਆ ਮੀਟ ਹੋ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਪੈਰੈਂਟਸ ਦਾ ਕੇਸ ਸ਼ੁਰੂ ਹੁੰਦਾ ਹੈਗਾ। ਸੋ ਇਹਦੇ 'ਚ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਪ੍ਰੋਵਿੰਸ ਦੇ ਵਿੱਚ ਰਹਿੰਦੇ ਹੈਗੇ ਹੋ। ਉਹ ਕੋਟਾ ਨਿਸ਼ਚਿਤ ਕਰਦੀ ਹੈ ਸਰਕਾਰ ਕਿ ਹਰ ਸਾਲ ਕਿੰਨੇ ਪੈਰੈਂਟਸ ਗ੍ਰੈਂਡ ਪੈਰੈਂਟਸ ਨੂੰ ਬੁਲਾਉਣਾ ਹੈ। ਉਸੇ ਹਿਸਾਬ ਨਾਲ ਤੁਹਾਡਾ ਕੇਸ ਲੇਟ ਜਾਂ ਜਲਦੀ ਹੈ ਜਿਹੜਾ ਉਹ ਪ੍ਰੋਸੈਸ ਹੋ ਸਕਦਾ। ਸੋ ਜਿਹੜੇ ਸਾਲ ਕੋਟਾ ਜ਼ਿਆਦਾ ਨਿਸ਼ਚਿਤ ਹੁੰਦਾ ਉਹ ਸਾਲ ਜ਼ਿਆਦਾ ਲੋਕ ਆ ਜਾਂਦੇ ਨੇ, ਕੇਸ ਛੇਤੀ ਪ੍ਰੋਸੈਸ ਹੋ ਜਾਂਦੇ ਨੇ। ਜਿਹੜੇ ਸਾਲ ਕੋਟਾ ਘੱਟ ਨਿਸ਼ਚਿਤ ਹੁੰਦਾ ਉਸ ਸਾਲ ਘੱਟ ਲੋਕ ਆਉਂਦੇ ਨੇ, ਸੋ ਜ਼ਿਆਦਾ ਟਾਈਮ ਲੱਗ ਜਾਂਦਾ। ਪਰ ਪ੍ਰੋਵਿੰਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਜੀ। ਵਹੀ ਤੋਂ ਜਿਨ੍ਹਾਂ ਨੇ ਕਿਹਾ ਸੀ ਕਿ ਉਹ ਇੱਥੇ ਆਉਣਾ ਚਾਹੁੰਦੇ ਨੇ, ਟਿਕਟ ਬੁੱਕ ਹੋ ਚੁੱਕੀ ਹੈ, ਤੇ ਉਹ ਕੀ ਉਹਨਾਂ ਨੂੰ ਕਰਨਾ ਪੈਣਾ, ਕਿਹੜੇ ਡਾਕੂਮੈਂਟਸ ਨਾਲ ਕੋਈ ਲੈਣਾ ਪੈਣਾ, ਜਾਂ ਕੀ ਪੂਰਾ ਕ੍ਰਾਈਟੇਰੀਆ ਹੋਏਗਾ? ਜੀ ਤਰਨ, ਸੋ ਆਲਰੇਡੀ ਇਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਚੁੱਕਿਆ ਹੈਗਾ। ਹੁਣ ਜੇ ਵਰਕ ਪਰਮਿਟ ਮਿਲ ਚੁੱਕਿਆ, ਇਹਨਾਂ ਨੇ ਆਖਿਆ ਕਿ ਉਹ ਟਰੱਕ ਡਰਾਈਵਰ ਹੈਗੇ ਨੇ। ਹੁਣ ਟਰੱਕ ਡਰਾਈਵਰ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਵਰਕ ਪਰਮਿਟ ਜਾਂ ਵਰਕ ਵੀਜ਼ਾ ਤੁਹਾਨੂੰ ਇਕੱਲਾ ਹੁਣ ਇਸ ਵੇਲੇ ਆਥੋਰਾਈਜ਼ ਨਹੀਂ ਕਰਦਾ ਕਿ ਤੁਸੀਂ ਕੈਨੇਡਾ ਆ ਸਕੋ। ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਵਰਕ ਪਰਮਿਟ ਜਾਂ ਵਰਕ ਵੀਜ਼ਾ ਉਹ ਵੈਲਿਡ ਹੋਣਾ ਚਾਹੀਦਾ। ਦੂਜਾ, ਤੁਹਾਡੀ ਜਿਹੜੀ ਜੌਬ ਹੈਗੀ ਹੈ, ਉਹ ਬਿਜ਼ਨਸ ਹੈ ਜਿਹੜਾ ਓਪਨ ਹੋਣਾ ਚਾਹੀਦਾ। ਤੇ ਇਹਦੇ ਨਾਲ ਨਾਲ ਇੰਪਲੋਇਰ ਵੱਲੋਂ ਇਹ ਚਿੱਠੀ ਵੀ ਚਾਹੀਦੀ ਹੈ ਕਿ ਤੁਸੀਂ ਆ ਕੇ ਕਿਹੜੇ ਦਿਨ ਉੱਥੇ ਕੰਮ ਸ਼ੁਰੂ ਕਰਨਾ ਤੇ ਕੰਮ ਤੁਹਾਡੇ ਲਈ ਅਵੇਲੇਬਲ ਹੈਗਾ। ਸੋ ਜੇ ਉਹ ਚਿੱਠੀ ਤੁਹਾਡੇ ਕੋਲ ਨਹੀਂ ਹੈਗੀ ਹੈ, ਤਾਂ ਵੀ ਤੁਹਾਨੂੰ ਹੈ ਜਿਹੜਾ ਉਹ ਪਲੇਨ ਨੂੰ ਬੋਰਡ ਨਹੀਂ ਕਰਨ ਦਿੱਤਾ ਜਾਊਗਾ, ਤੁਹਾਨੂੰ ਆਉਣ ਨਹੀਂ ਦਿੱਤਾ ਜਾਊਗਾ। ਇਹ ਤੋਂ ਇਲਾਵਾ ਤੁਹਾਡੇ ਕੋਲ ਕੁਆਰੰਟੀਨ ਪਲਾਨ ਵੀ ਚਾਹੀਦਾ ਹੈਗਾ। ਸੋ ਕੁਆਰੰਟੀਨ ਪਲਾਨ ਹੈ ਜਿਹੜਾ ਉਹ ਦੱਸਦਾ ਕਿ ਤੁਸੀਂ ਕਿਵੇਂ ਏਅਰਪੋਰਟ ਤੋਂ ਲੈ ਕੇ ਉਹ ਕੁਆਰੰਟੀਨ ਵਾਲੇ ਪਲੇਸ ਤੇ ਜਾਣਾ, ਕਿਵੇਂ ਤੁਸੀਂ ਉੱਥੇ ਰਹਿਣਾ ਹੈਗਾ, ਸਪੈਸਿਫਿਕ ਪਲੇਸ ਕਿਵੇਂ ਹੈ। ਕੋਈ 65 ਸਾਲ ਤੋਂ ਵੱਡਾ ਇੰਡੀਵਿਜੂਅਲ ਜਗ੍ਹਾ ਤੇ ਨਹੀਂ ਹੋਣਾ ਚਾਹੀਦਾ। ਜੇ ਹੈਗਾ ਤੁਹਾਨੂੰ ਕੰਸੈਂਟ ਚਾਹੀਦਾ। ਤੇ ਇਹਦੇ ਨਾਲ ਨਾਲ ਤੁਸੀਂ ਆਪਣੀਆਂ ਅਸੈਂਸ਼ੀਅਲ ਨੀਡਸ ਨੂੰ ਕਿਵੇਂ ਪੂਰਾ ਕਰੋਗੇ। ਸੋ ਜਿਹੜਾ ਤੁਹਾਡਾ ਖਾਣਾ ਹੈਗਾ, ਤੁਹਾਡੀ ਕੋਈ ਮੈਡੀਕੇਸ਼ਨ ਹੈਗੀ ਹੈ, ਉਹ ਤੁਹਾਨੂੰ ਕੌਣ ਲਿਆ ਕੇ ਦਊਗਾ। ਸੋ ਇਹ ਪਲਾਨ ਵੀ ਹੋਣਾ ਚਾਹੀਦਾ। ਤੇ ਇਹਦੇ ਨਾਲ ਨਾਲ ਤੁਹਾਡੇ ਕੋਲ ਇਹ ਚਿੱਠੀ ਵੀ ਹੋਣੀ ਚਾਹੀਦੀ ਹੈ ਕਿ ਜੌਬ ਬਿਜ਼ਨਸ ਹੈ ਜਿਹੜਾ ਉਹ ਖੁੱਲ੍ਹਾ, ਤੇ ਜਿਹੜੀ ਜੌਬ ਹੈਗੀ ਆ ਉਹ ਕਰੰਟਲੀ ਤੁਹਾਡੇ ਲਈ ਅਵੇਲੇਬਲ ਹੈ, ਤੇ ਕਿਹੜੀ ਤਰੀਕ ਨੂੰ ਆ ਕੇ ਤੁਸੀਂ ਕੰਮ ਕਰਨਾ। ਸੋ ਜੇ ਕਾਗਜ਼ ਨਹੀਂ ਹੋਣਗੇ ਤਾਂ ਤੁਹਾਨੂੰ ਪਲੇਨ ਹੈ ਜਿਹੜਾ ਉਹ ਬੋਰਡ ਨਹੀਂ ਕਰਨ ਦਿੱਤਾ ਜਾਊਗਾ। ਪਰ ਇਹੋ ਜਿਹਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਕਿ ਤੁਸੀਂ ਚਿੱਠੀ ਲੈ ਕੇ ਆਓਗੇ ਤੁਸੀਂ ਕੋਵਿਡ ਫ੍ਰੀ ਹੋ ਜਾਂ ਨਹੀਂ ਹੈਗੇ ਹੋ। ਉਹ ਏਅਰਲਾਈਨ ਦੀ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਏਸਿਮਟੋਮੈਟਿਕ ਹੋ ਤੁਹਾਨੂੰ ਤਾਂ ਹੀ ਆਉਣ ਦਿੱਤਾ ਜਾਵੇ। ਜੇ ਤੁਸੀਂ ਕੋਈ ਵੀ ਸਿੰਪਟਮ ਸ਼ੋ ਕਰਦੇ ਹੋ ਤਾਂ ਤੁਹਾਨੂੰ ਆਉਣ ਨਾ ਦਿੱਤਾ ਜਾਵੇ। ਜੀ ਸਰ, ਇਹ ਤਾਂ ਤੇ ਦੂਜਾ, ਜੀ ਜੇ ਆਫਿਸਰ ਤੁਹਾਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਆਫਿਸਰ, ਜਦੋਂ ਤੁਸੀਂ ਪਲੇਨ ਚੋਂ ਬਾਹਰ ਆ ਜਾਂਦੇ ਹੋ, ਕੈਨੇਡਾ ਦੇ ਅੰਦਰ ਆ ਜਾਂਦੇ ਹੋ, ਜੇ ਉਹ ਵੀ ਤੁਹਾਨੂੰ ਸਿੰਪਟੋਮੈਟਿਕ ਫਾਈਂਡ ਕਰਦਾ ਤਾਂ ਵੀ ਉਹ ਤੁਹਾਨੂੰ ਐਂਟਰੀ ਤੋਂ ਡਿਨਾਈ ਹੈ ਜਿਹੜਾ ਕਰ ਸਕਦਾ, ਤੁਹਾਨੂੰ ਕੁਆਰੰਟੀਨ ਭੇਜਿਆ ਜਾ ਸਕਦਾ ਉਸੇ ਵੇਲੇ। ਸੋ ਇਹ ਜਨਰਲ ਜਿਹੜੀਆਂ ਗਾਈਡਲਾਈਨਸ ਨੇ ਉਹ ਵਰਕ ਪਰਮਿਟ ਹੋਲਡਰਸ ਨੇ ਜਿਹਨਾਂ ਨੂੰ ਕਿ ਇੰਪਲੋਇਰ ਸਪੈਸਿਫਿਕ ਵਰਕ ਪਰਮਿਟ ਹੈ। ਜਿਹੜੇ ਇੰਡੀਵਿਜੂਅਲਸ ਕੋਲੇ ਓਪਨ ਪਰਮਿਟ ਹੈਗਾ, ਸੋ ਜਿਹੜੇ ਸਟੂਡੈਂਟਸ ਦੇ ਸਪਾਊਸਸ ਹੁੰਦੇ ਆ ਜਾਂ ਵਰਕਰਸ ਦੇ ਸਪਾਊਸਸ ਹੁੰਦੇ ਆ, ਉਹਨਾਂ ਕੋਲੇ ਵੀ ਜੇ ਵਰਕ ਵੀਜ਼ਾ ਜਾਂ ਵਰਕ ਪਰਮਿਟ ਹੈ ਤੇ ਉਹਨਾਂ ਕੋਲੇ ਵੀ ਜੌਬ ਹੋਣੀ ਜ਼ਰੂਰੀ ਹੈਗੀ ਹੈ। ਸੋ ਜੇ ਉਹਨਾਂ ਕੋਲੇ ਜੌਬ ਨਹੀਂ ਹੈਗੀ, ਉਹਨਾਂ ਨੂੰ ਤਾਂ ਵੀ ਆਉਣ ਦੀ ਇਜਾਜ਼ਤ ਨਹੀਂ ਹੋਊਗੀ। ਸੋ ਕਿਸੇ ਸਟੂਡੈਂਟ ਦੇ ਸਪਾਊਸ ਨੂੰ ਵਰਕ ਪਰਮਿਟ ਮਿਲ ਚੁੱਕਿਆ ਤੇ ਉਹ ਆਉਣਾ ਚਾਹੁੰਦੇ ਆ, ਸਭ ਤੋਂ ਪਹਿਲਾਂ ਲਈ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਜੌਬ ਸਿਕਿਉਰ ਕਰਨ ਕੈਨੇਡਾ ਦੇ ਵਿੱਚੋਂ। ਸੋ ਉਹਨਾਂ ਕੋਲੇ ਚਿੱਠੀ ਹੋਣੀ ਚਾਹੀਦੀ ਹੈ ਕਿ ਉਹ ਕਿਸ ਦਿਨ ਇੱਥੇ ਪਹੁੰਚਣਗੇ ਤੇ ਜਿਹੜੀ ਉਹਦੀ ਕੁਆਰੰਟੀਨ ਤੋਂ ਬਾਅਦ ਉਹਨਾਂ ਲਈ ਕਿਸ ਸਮੇਂ ਜੌਬ ਅਵੇਲੇਬਲ ਹੋਊਗੀ। ਜੇ ਉਹਨਾਂ ਕੋਲੇ ਉਹ ਚਿੱਠੀ ਨਹੀਂ ਹੈਗੀ ਤਾਂ ਉਹ ਨਹੀਂ ਆਉਣ ਦਿੱਤਾ ਜਾਵੇ, ਕਿਉਂਕਿ ਇਹ ਰੀਜ਼ਨਬਲੀ ਇਹ ਗੱਲ ਨੂੰ ਐਕਸਪੈਕਟ ਕੀਤਾ ਜਾਂਦਾ ਤਰਨ ਕਿ ਜਿਹੜੇ ਕੈਨੇਡੀਅਨਸ ਨੇ ਜਾਂ ਪਰਮਨੈਂਟ ਰੈਜ਼ੀਡੈਂਟਸ ਨੇ, ਜੇ ਉਹਨਾਂ ਨੂੰ ਇਹ ਜੌਬਸ ਨਹੀਂ ਮਿਲ ਰਹੀਆਂ, ਅਨਐਮਪਲੋਇਮੈਂਟ ਰੇਟ ਇੰਨਾ ਜ਼ਿਆਦਾ ਹੈ, ਤਾਂ ਫਿਰ ਫੋਰਨ ਵਰਕਰਸ ਦੀ ਇੱਥੇ ਕਿਉਂ ਜ਼ਰੂਰਤ ਹੈਗੀ ਹੈ। ਸੋ ਇਸੇ ਲਈ ਉਹਨਾਂ ਨੇ ਮੇਕ ਸ਼ੋਰ ਕੀਤਾ ਹੈ ਕਿ ਚਾਹੇ ਤੁਹਾਡੇ ਕੋਲ ਓਪਨ ਪਰਮਿਟ ਵੀ ਹੈ, ਪਰ ਜੇ ਤੁਹਾਡੇ ਕੋਲ ਜੌਬ ਨਹੀਂ ਹੈ ਤਾਂ ਵੀ ਤੁਹਾਨੂੰ ਆਉਣ ਦੀ ਇਜਾਜ਼ਤ ਹੈ ਜਿਹੜੀ ਉਹ ਨਾ ਦਿੱਤੀ ਜਾਵੇ। ਜੀ ਜੀ ਬਿਲਕੁਲ ਸਰ, ਇਹਦੇ ਬਾਰੇ ਡਿਟੇਲ 'ਚ ਮੈਂ ਤੁਹਾਡੇ ਤੋਂ ਜਾਣਕਾਰੀ ਲਵਾਂ। ਇੱਕ ਕਾਲਰ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਸਰ ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਜ਼ਰੂਰ ਘੱਟ ਕਰ ਦਿਓ। ਓਕੇ ਜੀ, ਘੱਟ ਕਰਦੇ ਹਾਂ। ਸੌਰੀ ਜੀ ਸਰ। ਆਪਾਂ ਇੱਥੇ ਸਰੀ ਤੋਂ ਗੱਲ ਕਰਦੇ ਹਾਂ ਜੀ। ਹਾਂਜੀ ਸਰ, ਦੱਸੋ ਕੀ ਪੁੱਛਣਾ। ਆਪਾਂ ਵੀ ਜਿਹੜੀ ਐਲਐਮਆਈਆਂ ਦੀ ਗੱਲ ਕਰ ਰਹੀ ਹੈ ਵੀ ਕਹਿੰਦੇ ਬੰਦ ਹੋ ਜਾਣੀ ਹੈ। ਜੀ
ਤੇ ਉਹਦੇ ਬਾਰੇ ਅਸੀਂ ਕਨਫਰਮ ਕਰਨਾ ਚਾਹੁੰਦੇ ਸੀ ਕਿ ਕਿੱਦਾਂ ਵੀ ਕਿਹੜੀਆਂ ਬੰਦ ਹੋ ਰਹੀਆਂ, ਕੀ ਸਿਸਟਮ ਉਹਦੇ ਬਾਰੇ ਕਹਿਣਾ ਸਾਹਿਬ ਤੋਂ ਪੁੱਛਣਾ ਚਾਹੁੰਦੇ। ਬਿਲਕੁਲ ਸਰ, ਇਹ ਡਿਟੇਲ ਦੇ ਵਿੱਚ ਅਸੀਂ ਸਾਰੀਆਂ ਗੱਲਾਂ ਦੇ ਉੱਤੇ ਜਾਣਕਾਰੀ ਲਵਾਂਗੇ। ਸੋਸ਼ਲ ਮੀਡੀਆ ਉੱਤੇ ਕਾਫੀ ਪਿਛਲੇ 1-2 ਦਿਨ ਤੋਂ ਇਹ ਗੱਲਾਂ ਜਿਹੜੀਆਂ ਨੇ ਅੱਗੇ ਅੱਗ ਦੀ ਤਰ੍ਹਾਂ ਫੈਲ ਰਹੀਆਂ ਨੇ ਕਿ LMIA ਜਿਹੜਾ ਵਰਕ ਪਰਮਿਟ ਹੈ ਉਹ ਸਰਕਾਰ ਬੰਦ ਕਰਨ ਲੱਗੀ ਹੈ। ਸੋ ਉਹਦੇ ਬਾਰੇ ਵਿੱਚ ਖੈਰਾ ਜੀ ਤੋਂ ਅਸੀਂ ਜ਼ਿਆਦਾ ਅਪਡੇਸ਼ਨ ਲਵਾਂਗੇ। ਤੁਸੀਂ ਇਸ ਤੋਂ ਇਲਾਵਾ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ। ਨਹੀਂ ਬਸ ਇਹੀ, ਥੈਂਕ ਯੂ, ਇਹੀ ਪੁੱਛਣਾ ਚਾਹੁੰਦੇ ਸੀ। ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਇਹ ਵੀ ਅਸੀਂ ਜ਼ਰੂਰ ਡਿਸਕਸ ਕਰਾਂਗੇ। ਥੈਂਕ ਯੂ ਕਾਲ ਕਰਨ ਲਈ। ਹੈਲੋ 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 ਤਰਨੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਦੱਸੋ ਕੀ ਪੁੱਛਣਾ। ਮੈਂ ਇੱਕ ਪੁੱਛਣਾ ਸੀ ਨਾ, ਜਿਹੜੀ ਆਪਾਂ ਇਵੈਲੂਏਸ਼ਨ ਕਰਾਉਣੇ ਆ ਡਾਕੂਮੈਂਟਸ ਦੀ, ECA ਕਰਾਉਣੇ ਆ। ECA ਸਟੱਡੀ ਵਾਸਤੇ ਹੋਰ ਹੁੰਦੀ ਆ, ਸਰਟੀਫਿਕੇਸ਼ਨ ਵਾਸਤੇ ਹੋਰ ਹੁੰਦੀ ਆ, ਤੇ ਇਮੀਗ੍ਰੇਸ਼ਨ ਵਾਸਤੇ ਹੋਰ ਹੁੰਦੀ ਆ। ਅਲੱਗ-ਅਲੱਗ ਹੁੰਦੀ ਹੈ ਕਿ ਇੱਕੋ ਇਮੀਗ੍ਰੇਸ਼ਨ ਹੋ ਕੇ ਆਪਣੇ ਕੋਲ ਡਾਕੂਮੈਂਟ ਆ ਜਾਏ, ਉਹੀ ਆਪਾਂ ਸਾਰੇ ਕਿਤੇ ਵਰਤ ਸਕਦੇ ਹਾਂ ਜੀ? ਖੈਰਾ ਜੀ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਆਨਸਰ ਦਈਏ? ਨਹੀਂ ਜੀ, ਆਨਸਰ ਦੇ ਬਿਲਕੁਲ ਸਕਦੇ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ। ਇੱਕ ਚੀਜ਼ ਮੈਡਮ ਹੋਰ ਆ, ਮੈਂ ਕਹਿੰਦਾ ਇੱਕ ਪ੍ਰੋਗਰਾਮ ਤੇ ਸੁਣਿਆ ਕਿ LMI ਵਾਸਤੇ ਕੋਈ ਗਵਰਨਮੈਂਟ ਨੇ ਕਿਹਾ ਕਿ LMI ਬੰਦ ਕਰਨੀਆਂ ਨੇ। ਬਿਲਕੁਲ ਸਰ, ਇਹ ਲਗਭਗ ਕਾਫੀ ਕਾਲਰਸ ਦੀ ਇਹ ਡਿਮਾਂਡ ਹੈਗੀ ਹੈ, ਇਸ ਦੇ ਬਾਰੇ ਵਿੱਚ ਚਾਨਣਾ ਪਾਇਆ ਜਾਵੇ। ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹੋ, ਖੈਰਾ ਜੀ ਇਹਦੇ ਬਾਰੇ ਵਿੱਚ ਡਿਟੇਲ 'ਚ ਸਾਨੂੰ ਜਾਣਕਾਰੀ ਦੇਣਗੇ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ। ਠੀਕ ਹੈ ਜੀ, ਥੈਂਕ ਯੂ ਤੁਹਾਡਾ ਜੀ ਸਰ, ਪਹਿਲਾਂ ਇਹਨਾਂ ਦੇ ਡਾਕੂਮੈਂਟਸ ਦੀ ਅਸੀਂ ਰਿਪਲਾਈ ਕਰ ਦਈਏ। ਜਿਹੜੇ ਡਾਕੂਮੈਂਟਸ ਦੀ ਗੱਲ ਕਰ ਰਹੇ ਨੇ ਇਹ ਜੀ। ਸੋ ਜਿਹੜਾ ਇਮੀਗ੍ਰੇਸ਼ਨ ਲਈ ਇਵੈਲੂਏਸ਼ਨ ਹੈ, ਉਹ ਸਪੈਸੀਫਿਕਲੀ ਜਦੋਂ ਅਪਲਾਈ ਕਰਨਾ ਹੈ ਤਾਂ ਉਹਦੇ 'ਚ ਹੋਣਾ ਚਾਹੀਦਾ ਕਿ ਇਹ ਇਮੀਗ੍ਰੇਸ਼ਨ ਪਰਪਸਿਸ ਲਈ ਹੈਗਾ। ਸੋ ਜਦੋਂ ਵੀ ਜੇ ਤੁਸੀਂ ਉਹ ਕਾਗਜ਼ ਨੂੰ ਇਮੀਗ੍ਰੇਸ਼ਨ ਲਈ ਯੂਜ਼ ਕਰਨਾ ਹੈ ਤਾਂ ਤੁਹਾਡੀ ਐਪਲੀਕੇਸ਼ਨ ਇਹ ਹੋਣੀ ਚਾਹੀਦੀ ਹੈ ਕਿ ਇਹ ਕੈਨੇਡੀਅਨ ਇਮੀਗ੍ਰੇਸ਼ਨ ਲਈ ਉਹ ਤਾਂ ਹੀ ਐਕਸੈਪਟੇਬਲ ਹੋਊਗਾ। ਜੇ ਉਹ ਤੁਸੀਂ ਸਰਟੀਫਿਕੇਸ਼ਨ ਲਈ ਜਾਂ ਪੜ੍ਹਾਈ ਲਈ ਕਿਸੇ ਲਈ ਵੀ ਕਰਾਇਆ ਤਾਂ ਉਹਦੇ 'ਤੇ ਉਹ ਇਮੀਗ੍ਰੇਸ਼ਨ ਪਰਪਸ ਲਈ ਹੈਗਾ ਤਾਂ ਉਹਨੂੰ ਐਕਸੈਪਟ ਨਹੀਂ ਕਰਨਗੇ। ਸੋ ਜਦੋਂ ਵੀ ਇਮੀਗ੍ਰੇਸ਼ਨ ਲਈ ਤੁਸੀਂ ਇਸ ਇਵੈਲੂਏਸ਼ਨ ਕਰਾਉਣਾ ਹੈ ਤਾਂ ਸਪੈਸੀਫਿਕਲੀ ਯੂਜ਼ ਕਰਨਾ ਵਰਡ ਕਿ ਇਮੀਗ੍ਰੇਸ਼ਨ ਪਰਪਸ ਲਈ ਹੈ, ਉਹੀ ਦਾ ਐਪਲੀਕੇਬਲ ਡਾਕੂਮੈਂਟ ਮੰਨਿਆ ਜਾਊਗਾ ਜੀ। ਸੋ ਉਹਦੇ 'ਤੇ ਲਿਖਿਆ ਹੁੰਦਾ ਹੈਗਾ। ਤੇ ਦੂਜਾ ਜਿਹੜਾ ਕੰਸਰਨ ਸੀ ਉਹ ਪਹਿਲੇ ਕਾਲਰ ਦਾ ਵੀ ਸੀ ਤੇ ਇਹਨਾਂ ਦਾ ਵੀ ਸੀ ਕਿ LMIA ਜਿਹੜਾ ਉਹ ਬੰਦ ਹੋਣ ਜਾ ਰਿਹਾ ਹੈਗਾ। ਆਪਾਂ ਨੂੰ ਥੋੜੇ ਜਿਹੇ ਕਾਨੂੰਨ ਨੂੰ ਇਹਦੇ 'ਚ ਘੁੱਖਣਾ ਪੈਣਾ ਹੈਗਾ ਜੀ। ਸਭ ਤੋਂ ਪਹਿਲਾਂ ਤਾਂ LMIA ਬੰਦ ਜਾਂ LMIA ਖੁੱਲਾ ਇਹੋ ਜਿਹੀ ਕੋਈ ਚੀਜ਼ ਨਹੀਂ ਹੁੰਦੀ ਹੈਗੀ ਹੈ। LMIA ਇੱਕ ਅਸੈਸਮੈਂਟ ਹੈਗਾ, ਇੱਕ ਓਪੀਨੀਅਨ ਹੈਗਾ। ਚਾਹਾਂਗੀ ਆਪਣੇ ਦਰਸ਼ਕ ਨੂੰ ਜ਼ਰੂਰ। ਹੈਲੋ ਹਾਂਜੀ ਸਰ, ਤੁਸੀਂ ਜ਼ਰਾ 5 ਮਿੰਟ ਲਈ ਪਲੀਜ਼ ਹੋਲਡ ਕਰ ਸਕਦੇ ਹੋ ਕਿਉਂਕਿ ਬਹੁਤ ਜ਼ਰੂਰੀ ਜਾਣਕਾਰੀ ਦੇ ਰਹੇ ਨੇ ਖੈਰਾ ਜੀ। ਜੀ ਬਿਲਕੁਲ ਜੀ, ਤੁਸੀਂ 5 ਮਿੰਟ ਲਈ ਪਲੀਜ਼ ਹੋਲਡ ਕਰਿਓ। ਖੈਰਾ ਜੀ ਬਹੁਤ ਇੰਪੋਰਟੈਂਟ ਜਾਣਕਾਰੀ ਦੇ ਰਹੇ ਨੇ ਜੀ। ਖੈਰਾ ਜੀ, ਸੋ ਉਹ ਇੱਕ ਅਸੈਸਮੈਂਟ ਹੈਗਾ, ਉਹ ਇੱਕ ਓਪੀਨੀਅਨ ਹੈਗਾ। ਸੋ ਉਹ ਓਪੀਨੀਅਨ ਦਾ ਜਿਹੜਾ ਓਰੇਸ਼ਨ ਹੈਗਾ ਉਹ ਮੈਂਡੇਟ ਤੇ ਡਿਪੈਂਡ ਕਰਦਾ ਹੈ। ਸੋ ਉਹ ਜਿਹੜਾ ਮੈਂਡੇਟ ਹੈ ਉਹ ਸਰਵਿਸ ਕੈਨੇਡਾ ਜਿਹੜਾ ਹਿਊਮਨ ਰਿਸੋਰਸਿਸ ਮਹਿਕਮਾ ਹੈਗਾ ਉਹਦਾ ਮੈਂਡੇਟ ਹੈ ਕਿ ਉਹਨੇ ਆਪਣੀ ਅਸੈਸਮੈਂਟ ਕਰਨ ਵੇਲੇ ਇਸ ਗੱਲ ਨੂੰ ਮੇਕ ਸ਼ੋਰ ਕਰਨਾ ਹੈ ਕਿ ਜਿਹੜੀਆਂ ਜੌਬਸ ਨੇ ਜਿਹਦੇ ਲਈ ਫੋਰਨ ਨੈਸ਼ਨਲ ਨੂੰ ਹਾਇਰ ਕਰਿਆ ਜਾ ਰਿਹਾ ਹੈ ਉਹਦੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਅਵੇਲੇਬਲ ਹੈਗੇ ਆ ਜਾਂ ਉਹਦੇ ਲਈ ਨਹੀਂ ਅਵੇਲੇਬਲ ਹੈਗੇ। ਸੋ ਇਹ ਕਰਨ ਲਈ ਡਿਫਰੈਂਟ ਕ੍ਰਾਈਟੇਰੀਆ ਜਿਹੜੇ ਅੱਗੇ ਨਿਸ਼ਚਿਤ ਕੀਤੇ ਗਏ ਨੇ। ਸਭ ਤੋਂ ਪਹਿਲਾਂ ਹੈਗਾ ਐਡਵਰਟਾਈਜ਼ਮੈਂਟ ਕਿ ਤੁਸੀਂ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਨੈਂਟ ਰੈਜ਼ੀਡੈਂਟਸ ਨੂੰ ਇੱਥੇ ਲੱਭਣ ਦੀ ਕੋਸ਼ਿਸ਼ ਕੀਤੀ ਜਾਂ ਤੁਸੀਂ ਕੋਸ਼ਿਸ਼ ਨਹੀਂ ਕੀਤੀ। ਦੂਜੀ ਹੈਗੀ ਹੈ ਕਿ ਤੁਸੀਂ ਐਪਰੋਪਰੀਏਟ ਵੇਜਸ ਨੇ ਜਿਹੜੀਆਂ ਉਹ ਤੁਸੀਂ ਆਫਰ ਕੀਤੀਆਂ ਜਾਂ ਨਹੀਂ ਕੀਤੀਆਂ। ਤੇ ਤੀਜਾ ਮੋਸਟ ਇੰਪੋਰਟੈਂਟ ਜਿਹੜਾ ਫੈਕਟਰ ਹੈਗਾ ਉਹ ਹੈਗਾ ਮਹਿਕਮੇ ਦੇ ਆਪਦੇ ਐਨਾਲਿਸਿਸ ਅਸੈਸਮੈਂਟ। ਸੋ ਇਹੀ ਮਹਿਕਮਾ ਜਿਹੜਾ ਜਦੋਂ ਲੋਕ ਨੌਕਰੀ ਚਲੀ ਜਾਂਦੀ ਹੈ, ਉਹਨਾਂ ਦਾ ਲੇ ਆਫ ਹੋ ਜਾਂਦਾ ਹੈ, ਇਹੀ ਉਹ ਮਹਿਕਮਾ ਹੈ ਜਿਹੜਾ ਉਹਨਾਂ ਨੂੰ ਇੰਪਲੋਇਮੈਂਟ ਇੰਸ਼ੋਰੈਂਸ ਹੈ ਜਿਹੜਾ ਉਹ ਪ੍ਰੋਵਾਈਡ ਕਰਦਾ ਹੈ ਤੇ ਉਹਨੂੰ ਸਰਟਨ ਬੈਨੀਫਿਟ ਦਿੰਦਾ ਹੈਗਾ ਜਦੋਂ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਸੋ ਉਹਨਾਂ ਕੋਲੇ ਆਲਰੇਡੀ ਡਾਟਾ ਅਵੇਲੇਬਲ ਹੈ ਕਿ ਆਹ ਕੰਮ ਕਰਨ ਵਾਲੇ ਲੋਕ ਇਹ ਖਿੱਤੇ ਦੇ ਵਿੱਚੋਂ ਇੰਨੇ ਵਿਹਲੇ ਹੈਗੇ ਨੇ ਤੇ ਉਹਦੇ ਹਿਸਾਬ ਨਾਲ ਉਹ ਅਸੈਸਮੈਂਟ ਆਪਣੀ ਕਰਦੇ ਨੇ। ਤੇ ਜਾਂ ਉੱਥੇ ਕੋਈ ਜੌਬ ਐਕਸ਼ਨ ਤਾਂ ਨਹੀਂ ਹੋਇਆ, ਕੋਈ ਸਟ੍ਰਾਈਕ ਤਾਂ ਨਹੀਂ ਹੋਈ, ਉਹ ਇੱਕ ਵੱਖਰਾ ਮਾਮਲਾ ਬਣ ਜਾਂਦਾ ਹੈਗਾ ਕਿ ਤੁਸੀਂ ਉਹ ਜਿਹੜੇ ਸਟ੍ਰਾਈਕਿੰਗ ਵਰਕਰਸ ਨੇ ਉਹਨਾਂ ਨੂੰ ਕੱਢ ਕੇ ਦੇ ਲੋ ਵੇਜ ਵਰਕਰ ਨੂੰ ਨਾ ਲੈ ਕੇ ਆਓ। ਸੋ ਉਹਦੇ 'ਚ ਜਦੋਂ ਇਹ ਜਿਹੜਾ ਮੈਂਡੇਟ ਹੈ ਇਹਨੂੰ ਪੂਰਾ ਕਰਨ ਲਈ ਇੱਕ ਆਫਿਸਰ ਹੈ ਉਹ ਸਰਟਨ ਇਹ ਡਾਕੂਮੈਂਟੇਸ਼ਨ ਜਿਹੜੀ ਡਿਮਾਂਡ ਕਰਦਾ ਹੈਗਾ। ਹੁਣ ਇਸ ਵੇਲੇ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਬਹੁਤ ਹਾਈ ਹੈਗਾ। ਅਨਇੰਪਲੋਇਮੈਂਟ ਰੇਟ ਹਾਈ ਹੋਣ ਕਰਕੇ ਜਿਹੜੇ ਸਰਟਨ ਸੈਕਟਰਸ ਨੇ ਉੱਥੇ ਲੋਕ ਕੰਮ ਲਈ ਅਵੇਲੇਬਲ ਹੈਗੇ ਨੇ।
ਹੁਣ ਜੇ ਆਪਾਂ ਐਗਜ਼ਾਮਪਲ ਲਾਈਏ ਹੌਸਪਿਟੈਲਿਟੀ ਇੰਡਸਟਰੀ ਦਾ, ਸੋ ਰੈਸਟੋਰੈਂਟਸ ਨੇ ਜਿਹੜੇ ਉਹ ਸਰਟਨ ਨੰਬਰ ਆਫ ਲੋਕਾਂ ਨੂੰ ਹੀ ਲੈ ਕੇ ਜਿਹੜੇ ਕਲਾਇੰਟਸ ਨਾਲ ਡੀਲ ਕਰ ਸਕਦੇ ਆ, ਤੇ ਫਿਰ ਉੱਥੇ ਸਰਟਨ ਨੰਬਰ ਆਫ ਲੇਬਰ ਹੀ ਚਾਹੀਦੀ ਹੈ, ਉਹ ਤੋਂ ਬਾਅਦ ਤਾਂ ਚਾਹੀਦੀ ਨਹੀਂ ਜੀ। ਤੇ ਦੂਜਾ ਇਹਦੇ ਨਾਲ ਕਈ ਰੈਸਟੋਰੈਂਟ ਬੰਦ ਹੈਗੇ ਨੇ, ਤੇ ਉੱਥੇ ਵੀ ਲੋਕ ਅਨਐਮਪਲੋਇਡ ਹੈਗੇ ਨੇ। ਸੋ ਉਹਨਾਂ ਦੇ ਉੱਤੋਂ ਜੇ ਇਹ ਗੱਲ ਨੂੰ ਬਲੈਂਕਟ ਕਰ ਦਿੱਤਾ ਜਾਵੇ ਕਿ ਆਹ ਸੈਕਟਰ ਦੇ ਵਿੱਚੋਂ ਜੌਬ ਸ਼ਾਰਟੇਜ ਨਹੀਂ ਹੈਗੀ ਹੈ, ਤੇ ਫਿਰ ਉਹ ਸੈਕਟਰ ਦੀਆਂ ਜਿਹੜੀਆਂ LMI ਐਪਲੀਕੇਸ਼ਨਸ ਨੇ ਉਹ ਮਨਜ਼ੂਰ ਨਹੀਂ ਕੀਤੀਆਂ ਜਾਂਦੀਆਂ। ਜਿਵੇਂ ਕਿ ਇੱਕ ਸੈਕਟਰ ਦੇ ਵਿੱਚੋਂ ਇਹ ਬਲੈਂਕਟ ਕਰ ਦਿੱਤਾ ਜਾਵੇ ਕਿ ਆਹ ਸੈਕਟਰ ਦੇ ਵਿੱਚੋਂ ਸ਼ਾਰਟੇਜ ਹੈਗੀ ਹੈ, ਫਿਰ ਉੱਥੇ ਐਡਵਰਟਾਈਜ਼ਮੈਂਟ ਦੀ ਰਿਕੁਆਇਰਮੈਂਟ ਨੂੰ ਵੀ ਹਟਾ ਦਿੱਤਾ ਜਾਂਦਾ ਹੈ ਕਿ ਹੁਣ ਇਹਦੇ ਤੇ ਕੋਈ ਐਡਵਰਟਾਈਜ਼ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਗੱਲ ਮਹਿਕਮੇ ਨੇ ਮੰਨ ਲਈ ਹੈ ਕਿ ਇਹਦੇ ਵਿੱਚ ਸ਼ਾਰਟੇਜ ਹੈਗੀ ਹੈ। ਸੋ ਜਿੱਥੇ ਉਹ ਇਹ ਗੱਲ ਮੰਨ ਲੈਣ ਕਿ ਇਹ ਏਰੀਏ 'ਚ ਸ਼ਾਰਟੇਜ ਨਹੀਂ ਹੈਗੀ ਹੈ, ਤੇ ਫਿਰ ਉਹ LMIAs ਨੂੰ ਮਨਜ਼ੂਰ ਨਹੀਂ ਕਰਦੇ ਹੈਗੇ ਆ। ਸੋ ਹੁਣ ਜੇ ਆਪਾਂ ਸਰਟਨ ਸੈਕਟਰਸ ਦੇਖੀਏ ਜਿੱਥੇ ਕਿ ਹਾਲੇ ਬੰਦ ਨੇ ਜਾਂ ਉੱਥੇ ਕੰਮ ਘੱਟ ਹੈਗਾ, ਤਾਂ ਇਹਦਾ ਮਤਲਬ ਉੱਥੇ ਸ਼ਾਰਟੇਜ ਨਹੀਂ ਹੈਗੀ ਹੈ, ਤਾਂ ਫਿਰ ਉਹ LMIAs ਨੂੰ ਨਹੀਂ ਮਨਜ਼ੂਰ ਕੀਤਾ ਜਾਊਗਾ। ਪਰ ਜਿਹੜੇ ਸੈਕਟਰਸ ਦੇ ਵਿੱਚ ਸ਼ਾਰਟੇਜ ਹੈ, ਜਿਵੇਂ ਟਰੱਕ ਡਰਾਈਵਰਸ ਨੇ ਜੀ, ਉੱਥੇ ਸ਼ਾਰਟੇਜ ਹੈਗੀ ਹੈ। ਫਾਰਮ ਵਰਕਰਸ ਨੇ, ਉੱਥੇ ਸ਼ਾਰਟੇਜ ਹੈਗੀ ਹੈ। ਫਾਰਮ ਵਰਕਰਸ ਦੇ ਵਿੱਚੋਂ ਤਾਂ ਉਹਨੂੰ ਬਲੈਂਕਟ ਹੀ ਮੰਨ ਲਿਆ, ਤੇ ਉੱਥੇ ਤਾਂ ਐਡਵਰਟਾਈਜ਼ਮੈਂਟ ਦੀ ਵੀ ਲੋੜ ਨਹੀਂ ਹੈਗੀ ਹੈ। ਸੋ ਇਹ ਆਲਵੇਜ਼ ਹੀ ਸੈਕਟਰ ਬੇਸਡ ਜਿਹੜੀ ਗੱਲ ਕੀਤੀ ਜਾਂਦੀ ਹੈਗੀ ਹੈ, ਜਿੱਥੇ ਜੇ ਉਹ ਚੀਜ਼ ਨੂੰ ਸ਼ਾਰਟੇਜ ਮੰਨ ਲਿਆ ਜਾਊਗਾ ਕਿ ਸ਼ਾਰਟੇਜ ਦੇ ਵਿੱਚ ਹੈਗੇ ਆ, ਤੇ ਫਿਰ ਉੱਥੇ LMIA ਮਨਜ਼ੂਰ ਹੋ ਜੂ। ਜਿੱਥੇ ਉਹ ਮੰਨ ਲਿਆ ਕਿ ਇੱਥੇ ਸ਼ਾਰਟੇਜ ਨਹੀਂ ਹੈਗੀ ਹੈ, ਉੱਥੇ ਨਾ ਮਨਜ਼ੂਰ ਹੋਊਗੀ। ਪਰ ਇਹੋ ਜਿਹਾ ਹਾਲੇ ਕੋਈ ਜਿਹੜਾ ਕ੍ਰਾਈਟੇਰੀਆ ਐਸਟੈਬਲਿਸ਼ ਨਹੀਂ ਕੀਤਾ ਕਿ ਅਸੀਂ LMIA ਜਿਹੜਾ ਉਹ ਪ੍ਰੋਸੈਸ ਹੀ ਨਹੀਂ ਕਰਨਾ ਹੈਗਾ। ਹਾਂਜੀ, ਇਹ ਹੈ ਕਿ ਨਾ ਮਨਜ਼ੂਰ ਕੀਤੀ ਜਾ ਸਕਦੀ ਹੈ। ਇਹ 'ਚ ਜਾਣਕਾਰੀ ਲਵਾਂਗੀ। ਪਹਿਲਾਂ ਇੱਕ ਕਾਲਰ ਸਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਮੁਆਫੀ ਚਾਹਾਂਗੇ ਜੀ, ਅਸੀਂ ਤੁਹਾਨੂੰ ਕਾਫੀ ਸਮੇਂ ਤੱਕ ਵੇਟ ਕਰਵਾਈ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਕਰਨ ਜੀ, ਮੇਰਾ ਕੁਐਸਚਨ ਇਹ ਸੀਗਾ ਕਿ ਲਾਈਕ ਪੇਰੈਂਟਸ ਦਾ ਸਪਾਂਸਰਸ਼ਿਪ ਦਾ ਕੇਸ ਲਾਇਆ ਹੋਇਆ ਸੀ, ਦਿੱਲੀ ਫਾਈਲ ਸੀਗੀ, ਨਿਊ ਦਿੱਲੀ, ਤੇ ਮੈਨੂੰ ਇਹ ਪੁੱਛਣਾ ਸੀਗਾ ਕਿ ਪ੍ਰੋਸੈਸ ਫਾਈਲਸ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ ਉੱਥੇ ਨਿਊ ਦਿੱਲੀ ਦੇ ਵਿੱਚ। ਤੇ ਮੈਨੂੰ ਇਹ ਵੀ ਪੁੱਛਣਾ ਸੀਗਾ ਭਾਜੀ ਕੋਲੋਂ ਕਿ ਅਗਰ ਪੇਰੈਂਟਸ ਨੂੰ ਮੈਂ ਇੱਥੇ ਬੁਲਾਉਣਾ ਹੈਗਾ ਹੁਣੇ ਜੀ, ਤੇ ਉਹਨਾਂ ਦਾ ਕੇਸ ਜਿਹੜਾ ਦਿੱਲੀ ਚੱਲਦਾ ਪਿਆ ਹੈਗਾ, ਕੱਲ ਨੂੰ ਕੋਈ ਇੰਟਰਵਿਊ ਜਾਂ ਫਰਦਰ ਕੋਈ ਚੀਜ਼ ਆਉਂਦੀ ਹੈ ਕੇਸ ਤੋਂ ਰਿਲੇਟਡ, ਤੇ ਅਗਰ ਉਹ ਇੱਥੇ ਆ ਜਾਂਦੇ ਨੇ ਤੇ ਉਹਦੇ ਵਿੱਚ ਪ੍ਰੋਬਲਮ ਹੈਗੀ ਹੈ ਜਾਂ ਉਹਨਾਂ ਨੂੰ ਦਿੱਲੀ ਹੀ ਰਹਿਣਾ ਚਾਹੀਦਾ ਹੈਗਾ ਜਦੋਂ ਤੱਕ ਕੇਸ ਉਹਨਾਂ ਦਾ ਪੂਰਾ ਨਹੀਂ ਹੁੰਦਾ? ਜੀ ਖੈਰਾ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ, ਇੱਕ ਸਵਾਲ ਪੁੱਛਣਾ ਚਾਹੁੰਦਾ, ਇਹਨਾਂ ਜੀ। ਦੇ ਨਾਲ ਡਿਪੈਂਡੈਂਟ ਚਿਲਡਰਨ ਹੈਗੇ ਆ ਜਾਂ ਨਹੀਂ ਹੈਗੇ? ਸਰ ਤੁਹਾਡੇ ਇਹਨਾਂ ਨਾਲ ਦਾ ਕੋਈ ਭਾਈ ਭੈਣ ਨਾਲ ਆ ਰਿਹਾ ਕਿ ਨਹੀਂ ਆ ਜੀ ਰਿਹਾ? ਸਰ, ਤੁਹਾਡੇ ਨਾਲ ਕੋਈ ਡਿਪੈਂਡੈਂਟ ਚਿਲਡਰਨ ਜਾਂ ਤੁਹਾਡਾ ਕੋਈ ਭੈਣ ਭਰਾ ਨਾਲ ਆ ਰਿਹਾ ਜਾਂ ਸਿਰਫ ਪੇਰੈਂਟਸ ਦੀ ਇਹ ਗੱਲ ਹੈ ਇਹ? ਨਹੀਂ ਜੀ, ਡਿਪੈਂਡੈਂਟ ਹੈਗੇ ਨੇ, ਸਿਸਟਰ ਹੈਗੀ ਹੈ, ਉਹਨੇ ਆਣਾ ਨਾਲ ਉਹਨਾਂ ਦੇ। ਓਕੇ ਜੀ ਜੀ ਜੀ, ਆਪਾਂ ਸਰ ਟੀਵੀ ਸਕਰੀਨ ਤੇ ਆਨਸਰ ਦੇ ਸਕਦੇ ਹਾਂ? ਹਾਂਜੀ, ਬਿਲਕੁਲ ਬਿਲਕੁਲ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਡਾਇਰੈਕਟ ਕਾਲ ਕਰੋ। ਹੈਲੋ ਜੀ, ਆਪਣੇ ਦਰਸ਼ਕਾਂ ਨੂੰ ਇਹੀ ਅਪੀਲ ਹੈ ਕਿ ਪਲੀਜ਼ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਡਾਇਰੈਕਟ ਕਾਲ ਕਰੋ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਨੂੰ ਮੈਮ, ਇੱਕ ਕੁਐਸਚਨ ਹੈਗਾ। ਕਿੱਥੋਂ ਬੋਲ ਰਹੇ ਹੋ ਮੈਮ ਤੁਸੀਂ? ਮੈਂ ਆਟਵਾ ਤੋਂ ਬੋਲ ਰਹੀ ਹਾਂ। ਜੀ ਦੱਸੋ, Ontario। ਦੱਸੋ ਕੀ ਪੁੱਛਣਾ ਮੈਮ? ਮੈਂ ਪੁੱਛਣਾ ਸੀ, ਮੇਰੇ ਨਾ ਪਾਪਾ ਨੇ ਆਣਾ, ਅਸੀਂ ਇੱਥੇ PR ਹੈਗੇ ਆ, ਮੇਰੇ ਪਾਪਾ ਨੇ ਆਣਾ ਜੁਲਾਈ ਦੇ ਵਿੱਚ ਇੰਡੀਆ ਤੋਂ, ਤੇ ਉਹਨਾਂ ਨੂੰ ਮੇਰਾ ਇੱਕ ਬੇਬੀ ਵੀ ਹੈ, ਅਸੀਂ 3 ਜਾਣੇ ਆ 2 ਬੈਡਰੂਮ ਅਪਾਰਟਮੈਂਟ ਵਿੱਚ, ਮੈਂ, ਮੇਰੇ ਹਸਬੈਂਡ ਤੇ ਬੇਬੀ। ਤੇ ਆਪਣੇ ਪਾਪਾ ਨੂੰ ਮੈਂ ਘਰ ਦੇ ਵਿੱਚ ਹੀ ਕੁਆਰੰਟਾਈਨ ਕਰਵਾ ਸਕਨੀ ਆ 14 ਡੇਜ਼ ਦੇ ਵਿੱਚ, ਜਾਂ ਉਹਨਾਂ ਨੂੰ ਅਲੱਗ ਸਟੇ ਲੈ ਕੇ ਦੇਣਾ ਪਊਗਾ? ਖੈਰਾ ਜੀ, ਤੁਸੀਂ ਇਸ ਦਾ ਜਵਾਬ ਦੇ ਸਕਦੇ ਹੋ ਜੋ ਇਹ ਹਾਂਜੀ ਪੁੱਛ ਰਹੇ ਨੇ? ਜੀ ਤੁਸੀਂ ਵੈਰੀ ਗੁੱਡ ਕੁਐਸਚਨ ਹੈ ਜੀ ਜੀ, ਇਹਨਾਂ ਦਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਬੋਲ ਰਿਹਾ ਐਡਮਿਸ਼ਨ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ ਦੱਸੋ ਕੀ ਪੁੱਛਣਾ? ਮੈਂ ਨਾ ਆਨਲਾਈਨ ਪੇਡ ਦੀ LMI ਅਪਲਾਈ ਕੀਤੀ ਸੀ 6 ਮਈ ਨੂੰ। ਤੇ ਉਹਦਾ ਮੈਮ ਨਹੀਂ ਹੈਗਾ, ਕੋਈ LMI ਨੰਬਰ ਵਗੈਰਾ ਨਹੀਂ ਆਇਆ। ਮੈਂ ਪੁੱਛਣਾ ਜੀ ਕੱਲ ਨੂੰ LMI ਵਗੈਰਾ ਦਾ ਪ੍ਰੋਸੈਸਿੰਗ ਬੰਦ ਕਰਦੇ, ਕੋਈ ਇਫੈਕਟ ਪਊਗਾ ਮੇਰੀ LMI ਤੇ? ਸਰ ਤੁਸੀਂ ਵੈਸੇ ਖਹਿਰਾ ਸਾਹਿਬ ਨੇ ਅੱਜ ਬੜੀ ਡਿਟੇਲ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦਿੱਤੀ ਆ, ਹੁਣੀ ਤੁਸੀਂ ਸੁਣੀ ਹੀ ਹੋਣੀ ਆ। ਬਾਕੀ ਆਪਾਂ ਸਰ ਨੂੰ ਪੁੱਛ ਲੈਂਦੇ ਹਾਂ। ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਇਹਨਾਂ ਨੂੰ? ਨਹੀਂ ਜੀ, ਇਹਨਾਂ ਨੇ ਜੋ ਆਪਾਂ LMI ਹੈ ਤੇ ਉਹ ਪਹਿਲਾਂ ਜਵਾਬ ਦੇ ਚੁੱਕੇ ਹੈਗੇ ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ। ਕਾਲ ਕਰਨ ਲਈ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਮੈਂ ਸਰੀ ਤੋਂ ਬੋਲਦੀ ਹਾਂ, ਰਵਿੰਦਰ।
ਜੀ ਮੈਮ ਦੱਸੋ ਕੀ ਪੁੱਛਣਾ ਤੁਸੀਂ? ਹਾਂਜੀ ਮੈਂ ਪੁੱਛਿਆ ਸਟੂਡੈਂਟ ਦਾ ਜਿਹੜੀ ਆਉਂਦੀ ਆਫਰ ਲੈਟਰ ਤਾਂ ਆਈ ਹੋਈ ਹੈ ਇੰਡੀਆ ਵੀ ਵੀਜ਼ੇ ਦਾ ਅਪਲਾਈ ਕਰ ਸਕਦੇ ਨੇ ਉਹ ਵੀਜ਼ੇ ਵਾਸਤੇ ਹੁਣ। ਜੀ ਖੈਰਾ ਜੀ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਜੀ ਸਰ, ਅਸੀਂ ਜੇ ਰਿਪਲਾਈ ਕਰਨਾ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਆਉਣਾ ਚਾਹੁੰਦੇ ਨੇ ਨਿਊ ਦਿੱਲੀ ਵਿੱਚ, ਐਪਲੀਕੇਸ਼ਨ ਉਹਨਾਂ ਦੀ ਪਈ ਆ, ਕੋਈ ਪ੍ਰੋਸੈਸ ਤੇ ਫਰਕ ਤਾਂ ਨਹੀਂ ਪਏਗਾ? ਜੀ ਸੋ ਜਿਹੜਾ ਮੇਰਾ ਉਹਨਾਂ ਨੂੰ ਸਵਾਲ ਪੁੱਛਣ ਦਾ ਮਕਸਦ ਸੀਗਾ ਕਿ ਉਹ ਨਾਲ ਉਹਨਾਂ ਦੇ ਕੋਈ ਡਿਪੈਂਡੈਂਟ ਚਾਈਲਡ ਤਾਂ ਨਹੀਂ ਆ ਰਿਹਾ ਜੀ। ਸੋ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਵਰਕ ਕਰਦਾ ਹੈ ਕਿ ਜਿਹੜੀਆਂ ਟ੍ਰਿਆਜ ਕੀਤਾ ਜਾਂਦਾ ਹੈਗਾ, ਟ੍ਰਿਆਜ ਜਿਵੇਂ ਆਪਾਂ ਹਸਪੀਟਲ ਦੇ ਵਿੱਚੋਂ ਜਾਂਦੇ ਆ ਤੇ ਹਸਪੀਟਲ ਵਾਲੇ ਦੇਖਦੇ ਨੇ ਕਿ ਆਪਾਂ ਨੂੰ ਐਕਸ-ਰੇ ਵੱਲ ਨੂੰ ਭੇਜਣਾ ਹੈ ਕਿ ਆਪਾਂ ਨੂੰ ਐਮਰਜੈਂਸੀ ਵੱਲ ਨੂੰ ਭੇਜਣਾ, ਸੋ ਉਹਨੂੰ ਟ੍ਰਿਆਜ ਆਖਿਆ ਜਾਂਦਾ। ਸੋ ਜਿਹੜੀਆਂ ਇਹ ਫਾਈਲਸ ਨੇ ਇਹਨਾਂ ਤੇ ਵੀ ਟ੍ਰਿਆਜ ਹੁੰਦਾ ਹੈਗਾ। ਸੋ ਜੇ ਤਾਂ ਡਿਪੈਂਡੈਂਟ ਚਾਈਲਡ ਕੋਈ ਨਾਲ ਆ ਰਿਹਾ ਤਾਂ ਟ੍ਰਿਆਜ ਦੇ ਵਿੱਚ ਉਹ ਕ੍ਰਾਈਟੇਰੀਆ ਪੂਰਾ ਨਹੀਂ ਕਰਦਾ, ਉਹਨਾਂ ਦਾ ਕੇਸ ਹੈ ਜਿਹੜਾ ਉਹਨਾਂ ਦੇ ਵੀਜ਼ਾ ਪੋਸਟ ਤੇ ਹੀ ਪ੍ਰੋਸੈਸ ਹੁੰਦਾ ਹੈ। ਜੇ ਡਿਪੈਂਡੈਂਟ ਚਾਈਲਡ ਕੋਈ ਨਾਲ ਨਹੀਂ ਆ ਰਿਹਾ ਤਾਂ ਉਹਨਾਂ ਦਾ ਕੇਸ ਹੈ ਜਿਹੜਾ ਉਹ ਇੱਥੇ ਕੈਨੇਡਾ ਦੇ ਵਿੱਚ ਹੀ ਪ੍ਰੋਸੈਸ ਹੁੰਦਾ, ਜਿਹੜਾ ਸਿਡਨੀ ਨੋਵਾ ਸਕੋਸ਼ੀਆ ਦੇ ਵਿੱਚ। ਸੋ ਇਹਨਾਂ ਦੇ ਹੁਣ ਸਵਾਲ ਦੇ ਦੋ ਹਿੱਸੇ ਹੈਗੇ ਸੀ। ਪਹਿਲਾ ਹਿੱਸਾ ਸੀਗਾ ਕਿ ਜੋ ਇੱਥੇ ਆ ਜਾਂਦੇ ਨੇ ਤਾਂ ਕੇਸ ਤੇ ਕੋਈ ਦੇਰੀ ਤਾਂ ਨਹੀਂ ਹੋਊਗੀ। ਨਹੀਂ ਜੀ, ਕੇਸ ਤੇ ਕੋਈ ਦੇਰੀ ਨਹੀਂ ਹੁੰਦੀ, ਉਹ ਜਿਵੇਂ ਮਰਜ਼ੀ ਆਉਣਾ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਨੇ, ਆ ਕੇ ਇੱਥੇ ਰਹਿ ਸਕਦੇ ਹੈਗੇ ਨੇ, ਸੋ ਉਹਦੇ ਨਾਲ ਕੋਈ ਫਰਕ ਨਹੀਂ ਪਊਗਾ। ਦੂਜਾ ਜਿਹੜਾ ਉਹਨਾਂ ਦਾ ਮਾਮਲਾ ਸੀ, ਜੇ ਉਹਨਾਂ ਨੂੰ ਕੱਲ ਨੂੰ ਇੰਟਰਵਿਊ ਆਉਂਦੀ ਹੈ ਜਾਂ ਕੋਈ ਹੋਰ ਮਾਮਲਾ ਹੁੰਦਾ ਹਾਂਜੀ, ਤਾਂ ਫਿਰ ਉਹਨਾਂ ਨੂੰ ਵਾਪਸ ਉਸੇ ਵੀਜ਼ਾ ਪੋਸਟ ਤੇ ਹੀ ਜਿਹੜਾ ਅਟੈਂਡ ਕੀਤਾ ਜਾਊਗਾ। ਉਹਦਾ ਕਾਰਨ ਹੈ ਕਿ ਉਹਨਾਂ ਦੇ ਨਾਲ ਡਿਪੈਂਡੈਂਟ ਚਾਈਲਡ ਆ ਰਿਹਾ ਤੇ ਜਿਹੜੇ ਡਿਪੈਂਡੈਂਟ ਚਾਈਲਡ ਵਾਲੇ ਕੇਸਿਸ ਨੇ ਉਹਨਾਂ ਨੂੰ ਵੀਜ਼ਾ ਪੋਸਟ ਹੀ ਡੀਲ ਕਰ ਸਕਦਾ, ਉਹਨਾਂ ਨੂੰ ਕੈਨੇਡਾ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ। ਜੇ ਇਹਨਾਂ ਦੇ ਨਾਲ ਡਿਪੈਂਡੈਂਟ ਚਾਈਲਡ ਨਾ ਹੁੰਦਾ ਤੇ ਉਹ ਕੈਨੇਡਾ ਦੇ ਵਿੱਚ ਹੁੰਦੇ ਤਾਂ ਉਹਨਾਂ ਦਾ ਕੇਸ ਕੈਨੇਡਾ ਦੇ ਵਿੱਚੋਂ ਹੀ ਪ੍ਰੋਸੈਸ ਹੋ ਜਾਣਾ ਸੀਗਾ, ਕਿਉਂਕਿ ਉਹ R11 ਦੇ ਵਿੱਚੋਂ ਛੋਟ ਹੈਗੀ ਹੈ। ਪਰ ਇਹਨਾਂ ਦੇ ਕੇਸ ਦੇ ਵਿੱਚੋਂ ਹਾਂਜੀ, ਜੇ ਉਹ ਇੱਥੇ ਆ ਜਾਂਦੇ ਨੇ ਤੇ ਕੱਲ ਨੂੰ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ ਜਾਂ ਉਹਨਾਂ ਨੂੰ ਹੋਰ ਕਿਸੇ ਡਾਕੂਮੈਂਟੇਸ਼ਨ ਲਈ ਬੁਲਾਇਆ ਜਾਂਦਾ ਤਾਂ ਉਹਨਾਂ ਨੂੰ ਉਸੇ ਵੀਜ਼ਾ ਪੋਸਟ ਤੇ ਹੀ ਉਹਨਾਂ ਦਾ ਕੇਸ ਹੈ ਜਿਹੜਾ ਉਹ ਪ੍ਰੋਸੈਸ ਕੀਤਾ ਜਾਊਗਾ। ਜੀ ਬਿਲਕੁਲ। ਤੇ ਸਰ ਇਸ ਤੋਂ ਬਾਅਦ ਆਟਵਾ ਤੋਂ ਕਾਲ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਜੁਲਾਈ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਆਉਣਾ ਆ ਤੇ ਉਹਦੇ ਬਾਰੇ ਕੁਆਰੰਟਾਈਨ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਸਨ ਕਿ ਘਰ ਵਿੱਚ ਹੀ ਕਰ ਸਕਦੇ ਨੇ? ਹਾਂਜੀ, ਸੋ ਇਹਨਾਂ ਕੋਲੇ 2 ਬੈਡਰੂਮ ਅਪਾਰਟਮੈਂਟ ਹੈਗਾ। ਸੋ ਕੁਆਰੰਟਾਈਨ ਦੀ ਬੇਸਿਕ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਉਹ ਆਈਸੋਲੇਸ਼ਨ ਹੋਣਾ ਚਾਹੀਦਾ। ਸੋ ਉਸ ਜਿਹੜਾ ਬੈਡਰੂਮ ਹੈ ਉਹਦੇ ਨਾਲ ਵਾਸ਼ਰੂਮ ਹੋਣਾ ਅਤਿਅੰਤ ਜ਼ਰੂਰੀ ਹੈਗਾ ਤੇ ਉਹ ਕਿਸੇ ਨਾਲ ਸ਼ੇਅਰਡ ਨਹੀਂ ਹੋਣਾ ਚਾਹੀਦਾ। ਸੋ ਜੇ 2 ਬੈਡਰੂਮ ਅਪਾਰਟਮੈਂਟ ਹੈ ਉੱਥੇ 2 ਵਾਸ਼ਰੂਮਸ ਨੇ, ਉਹ ਦੋਵੇਂ ਵੱਖੋ ਵੱਖਰੇ ਕਮਰਿਆਂ ਦੇ ਨਾਲ ਨੇ, ਹਾਂਜੀ ਉਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਪਰ ਜੇ 2 ਬੈਡਰੂਮ ਅਪਾਰਟਮੈਂਟ ਹੈਗਾ ਤੇ ਇੱਕੋ ਹੀ ਵਾਸ਼ਰੂਮ ਹੈ ਤੇ ਵਾਸ਼ਰੂਮ ਹੀ ਉਹਨਾਂ ਨੇ ਯੂਜ਼ ਕਰਨਾ, ਫਿਰ ਉਹਨਾਂ ਨੂੰ ਅਲਾਓ ਨਹੀਂ ਕੀਤਾ ਜਾਊਗਾ ਜੀ। ਸੋ ਇਹ ਮੇਕ ਸ਼ੋਰ ਕਰਨ ਕਿ ਜਿਹੜਾ ਉਹਨਾਂ ਦਾ ਲਿਵਿੰਗ ਕੁਆਰਟਰਸ ਹੈਗੇ ਨੇ ਉਹ ਆਈਸੋਲੇਟਡ ਹੋਣੇ ਚਾਹੀਦੇ ਨੇ, ਮਤਲਬ ਕਿ ਉੱਥੇ ਵਾਸ਼ਰੂਮ ਫੈਸਿਲਿਟੀਜ਼ ਉਹਨੇ ਨਾਲ ਹੋਣੀ ਚਾਹੀਦੀਆਂ ਨੇ। ਤੇ ਦੂਜਾ, ਉਹ ਕਿਵੇਂ ਆਪਣੀਆਂ ਐਸੈਂਸ਼ੀਅਲ ਨੀਡਸ ਹੈ, ਫੂਡ ਹੈ, ਮੈਡੀਕੇਸ਼ਨ ਹੈ, ਉਹਨੂੰ ਉਹ ਕਿਵੇਂ ਟੇਕ ਕੇਅਰ ਕਰਨਗੇ। ਸੋ ਸਿੰਪਲ ਆਨਸਰ ਇਹ ਹੈਗਾ ਕਿ ਜੇ ਤਾਂ ਉਹ ਉੱਥੇ ਉਹਨਾਂ ਦੇ ਬੈਡਰੂਮ ਦੇ ਨਾਲ ਹੀ ਵਾਸ਼ਰੂਮ ਅਟੈਚ ਹੈ ਤੇ ਕੋਈ ਹੋਰ ਨਹੀਂ ਯੂਜ਼ ਕਰ ਰਿਹਾ, ਹਾਂਜੀ ਉਹਨੂੰ ਸਹੀ ਮੰਨਿਆ ਜਾਊਗਾ। ਪਰ ਜੇ ਉਹ ਨਹੀਂ ਹੈਗਾ ਤੇ ਵਾਸ਼ਰੂਮ ਉਹਨਾਂ ਨੇ ਸ਼ੇਅਰ ਕਰਨਾ ਹੈ, ਫਿਰ ਉਹਨਾਂ ਨੂੰ ਉੱਥੇ ਨਹੀਂ, ਫਿਰ ਉਹਨਾਂ ਨੂੰ ਕਿਤੇ ਹੋਟਲ ਦੇ ਵਿੱਚ ਹੀ ਕਰਨਾ ਪੈਣਾ ਹੈ। ਬਿਲਕੁਲ ਜੀ। ਨੈਕਸਟ ਜੀ ਐਡਮਿੰਟਨ ਤੋਂ ਕਾਲ ਆਈ ਸੀ। ਉਹਨਾਂ ਨੇ ਕਿਹਾ ਸੀ ਕਿ ਓਨਰ ਆਪਰੇਟਰ ਦੇ ਲਈ ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ 6 ਮਈ ਨੂੰ ਤੇ ਉਹ ਹੁਣ ਇਸ ਆਸ ਦੇ ਵਿੱਚ ਹੈਗੇ ਨੇ ਕਿਉਂਕਿ ਵਰਕ ਪਰਮਿਟ ਨੂੰ ਲੈ ਕੇ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਨੇ ਕਿ ਉਹਨਾਂ ਦਾ ਵਰਕ ਪਰਮਿਟ ਆਏਗਾ ਜਾਂ ਨਹੀਂ ਆਏਗਾ। ਪਰ ਜਿਹੜੀਆਂ ਓਨਰ ਆਪਰੇਟਰ LMIs ਨੇ ਇਹ ਡਿਫਰੈਂਟ ਤਰੀਕੇ ਦੇ ਨਾਲ ਕੰਮ ਕਰਦੀਆਂ ਹੈਗੀਆਂ ਨੇ। ਸੋ ਇੱਥੇ ਇਸ ਸਮੇਂ ਜੋ ਇਹਨਾਂ ਨੇ ਐਪਲੀਕੇਸ਼ਨ ਕੀਤੀ ਹੈ ਉਹ ਕਿਹੜੇ ਸੈਕਟਰ ਦੇ ਵਿੱਚ ਕੀਤੀ ਹੈ, ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਉਹ ਸੈਕਟਰ ਐਸੈਂਸ਼ੀਅਲ ਨੀਡ ਦੇ ਵਿੱਚ ਓਪਨ ਹੈ ਜਾਂ ਉਹ ਕੈਨੇਡੀਅਨ ਇਕੋਨਮੀ ਨੂੰ ਕੀ ਫਾਇਦਾ ਦਊਗਾ, ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੇਖਣੀਆਂ ਹੈਗੀਆਂ ਨੇ। ਸੋ ਜਿੰਨਾ ਚਿਰ ਮੈਂ ਉਹ ਐਪਲੀਕੇਸ਼ਨ ਨਹੀਂ ਦੇਖ ਲੈਂਦਾ ਉਹਨਾਂ ਚਿਰ ਮੈਨੂੰ ਉਹਦੇ ਤੇ ਕੋਈ ਵੀ ਜਵਾਬ ਹੈ ਜਿਹੜਾ ਦੇਣਾ ਮੁਸ਼ਕਿਲ ਹੋਊਗਾ ਜੀ। ਪਰ ਜਨਰਲੀ ਸਪੀਕਿੰਗ ਜੇ ਉਹ ਕ੍ਰਾਈਟੇਰੀਆ ਮੀਟ ਕਰਦੇ ਨੇ ਮਨਜ਼ੂਰ ਹੋ ਜਾਊਗਾ ਜੀ, ਜੇ ਉਹ ਕ੍ਰਾਈਟੇਰੀਆ ਨਹੀਂ ਮੀਟ ਕਰਦੇ ਤਾਂ ਨਹੀਂ ਮਨਜ਼ੂਰ ਹੋਊਗਾ। ਨੈਕਸਟ ਜੀ ਸਰੀ ਤੋਂ ਕਾਲ ਸੀ। ਉਹਨਾਂ ਨੇ ਕਿਹਾ ਸੀ ਕਿ ਸਟੂਡੈਂਟ ਦੀ ਆਫਰ ਲੈਟਰ ਆ ਚੁੱਕੀ ਹੈ ਯੂਨੀਵਰਸਿਟੀ ਤੋਂ, ਕੀ ਉਹ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ? ਹਾਂਜੀ ਬਿਲਕੁਲ ਕਰ ਸਕਦੇ ਨੇ ਜੀ, ਉਹ ਆਲਵੇਜ਼ ਹੀ ਕਰ ਸਕਦੇ ਸੀ, ਸੋ ਉਹਦੇ ਤੇ ਕਦੇ ਵੀ ਰੋਕ ਨਹੀਂ ਸੀਗੀ। ਪਰ ਜਿਹੜਾ ਕ੍ਰਾਈਟੇਰੀਆ ਉਹਨਾਂ ਨੇ ਸਟਿਲ ਮੀਟ ਕਰਨਾ ਹੈਗਾ ਕਿ ਉਹਨਾਂ ਦੇ ਕਿਸੇ ਵੀ ਸਬਜੈਕਟ 'ਚੋਂ 60% ਤੋਂ ਘੱਟ ਮਾਰਕਸ ਨਹੀਂ ਹੋਣੇ ਚਾਹੀਦੇ, 10ਵੀਂ 12ਵੀਂ ਜਾਂ ਉਹਨਾਂ ਨੇ ਜੋ ਅੱਗੇ ਪੜ੍ਹਾਈ ਕੀਤੀ ਹੈ ਉਹਦੇ ਵਿੱਚੋਂ। ਤੇ ਇਹਦੇ ਨਾਲ ਨਾਲ ਜੋ ਚਾਹੇ ਉਹਨਾਂ ਨੇ 12 ਪਾਸ ਕਰਕੇ ਅਪਲਾਈ ਕਰਨੇ ਨੇ ਤਾਂ 6 ਬੈਂਡ ਤੋਂ ਘੱਟ ਨਹੀਂ ਹੋਣੇ ਚਾਹੀਦੇ, ਤੇ ਜੋ ਮਾਸਟਰਸ ਕੀਤਾ ਉਹਨਾਂ ਨੇ ਫਿਰ ਉਹਨੇ 7 ਬੈਂਡ ਤੋਂ ਘੱਟ ਨਹੀਂ ਹੋਣੇ ਚਾਹੀਦੇ। ਤੇ ਉਹ ਜਿਹੜੀ ਐਪਲੀਕੇਸ਼ਨਸ ਨੇ ਹੁਣ ਉਹ ਸਿਰਫ ਆਨਲਾਈਨ ਹੀ ਹੋ ਸਕਦੀਆਂ ਹੈਗੀਆਂ ਨੇ ਤੇ ਪੇਪਰ ਐਪਲੀਕੇਸ਼ਨ ਨਹੀਂ ਹੋ ਸਕਦੀ ਹੈਗੀ। ਤੇ ਦੂਜਾ, ਜੇ ਉਹਨਾਂ ਨੂੰ ਵੀਜ਼ਾ ਵੀ ਮਿਲ ਜਾਂਦਾ ਹੈ ਤੇ ਜੇ ਕਲਾਸਿਸ ਆਨਲਾਈਨ ਹੁੰਦੀਆਂ ਨੇ, ਇਨ ਪਰਸਨ ਨਹੀਂ ਹੁੰਦੀਆਂ,
ਤਾਂ ਵੀ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਊਗੀ। ਪਰ ਜੇ ਸ਼ਾਰਟ ਆਂਸਰ ਹੈਗਾ ਹਾਂਜੀ, ਉਹ ਅਪਲਾਈ ਕਰ ਸਕਦੇ ਨੇ, ਪਰ ਜੇ ਅਪਲਾਈ ਕਰਕੇ ਉਹਨੂੰ ਵੀਜ਼ਾ ਮਿਲ ਜਾਣਾ ਹੈ ਤੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਕਾਲਜ ਤੋਂ ਇਹ ਚਿੱਠੀ ਲੈਣੀ ਪੈਣੀ ਆ ਕਿ ਜਿਹੜੀਆਂ ਕਲਾਸਿਸ ਨੇ ਉਹਨਾਂ ਦੀਆਂ ਉਹ ਇਨ ਪਰਸਨ ਹੈਗੀਆਂ, ਉਹ ਆਨਲਾਈਨ ਨਹੀਂ ਹੈਗੀਆਂ। ਤੇ ਦੂਜਾ ਜਿਹੜੀ ਫਾਲ ਸੈਸ਼ਨ ਹੈਗਾ ਸੈਪਟੈਂਬਰ ਤੋਂ ਲੈ ਕੇ ਦਸੰਬਰ ਤੱਕ ਦਾ, ਇਹਨੂੰ ਸਰਕਾਰ ਨੇ ਹੁਣ ਮਨਜ਼ੂਰ ਕਰਤਾ ਹੈ ਕਿ ਜੇ ਉਹ ਆਨਲਾਈਨ ਪੜ੍ਹਾਈ ਹੋਊਗੀ ਤਾਂ ਵੀ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੂਗਾ। ਪਰ ਉਹ 50% ਤੋਂ ਘੱਟ ਪੜ੍ਹਾਈ ਹੋਣੀ ਚਾਹੀਦੀ ਹੈ। ਤੇ ਦੂਜਾ ਤਰਨੇ ਦੇ ਨਾਲ ਇੱਕ ਹੋਰ ਖਤਰੇ ਵਾਲੀ ਗੱਲ ਇਹ ਹੈਗੀ ਹੈ ਕਿ ਜੇ ਤੁਸੀਂ ਆਨਲਾਈਨ ਪੜ੍ਹਾਈ ਆਪਟ ਕਰ ਲਈ ਤੇ ਉਸ ਤੋਂ ਬਾਅਦ ਤੁਸੀਂ ਪੜ੍ਹਾਈ ਤੁਹਾਨੂੰ ਸਮਝ ਨਾ ਆਈ, ਤੁਸੀਂ ਫੇਲ ਹੋ ਗਏ ਤੇ ਇਨ ਦਾ ਮੀਨ ਟਾਈਮ ਤੁਹਾਡਾ ਜਿਹੜਾ ਸਟੱਡੀ ਵੀਜ਼ਾ ਉਹ ਐਕਸਪਾਇਰ ਹੋ ਗਿਆ ਤੇ ਤੁਸੀਂ ਦੁਬਾਰੇ ਲੈਣ ਗਏ ਤੇ ਜੇ ਤੁਸੀਂ ਫੇਲ ਹੋ ਗਏ ਤੁਹਾਨੂੰ ਦੁਬਾਰੇ ਵੀਜ਼ਾ ਨਹੀਂ ਮਿਲਣਾ ਹੈਗਾ। ਸੋ ਇਹ ਮੇਕ ਸ਼ੋਰ ਕਰ ਲਓ, ਕਿਉਂਕਿ ਉਹ ਸੈਕਸ਼ਨ 220 ਦੀ ਬ੍ਰੀਚ ਹੈ ਜਿੱਥੇ ਤੁਸੀਂ ਆਪਦੀ ਐਜੂਕੇਸ਼ਨ ਨੂੰ ਐਕਟਿਵਲੀ ਪਰਸੂ ਨਹੀਂ ਕੀਤਾ ਹੈਗਾ, ਤੁਸੀਂ ਫੇਲ ਹੋ ਗਏ ਹੋ। ਸੋ ਜੇ ਤੁਸੀਂ ਆਨਲਾਈਨ ਪੜ੍ਹਾਈ ਆਪਟ ਕਰ ਰਹੇ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਪਾਸ ਹੋ ਜਾਓ ਤਾਂ ਕਿ ਤੁਹਾਨੂੰ ਦੁਬਾਰੇ ਵੀਜ਼ਾ ਮਿਲ ਜੇ। ਜੇ ਤੁਸੀਂ ਆਨਲਾਈਨ ਪੜ੍ਹਾਈ ਆਪਟ ਕਰ ਲਈ ਪਰ ਪਾਸ ਨਾ ਹੋਏ ਤਾਂ ਤੁਸੀਂ ਆਪਣੇ ਲਈ ਮੁਸ਼ਕਿਲ ਹੈ ਜਿਹੜੀ ਉਹ ਖੜੀ ਕਰ ਲਓਗੇ। ਤੇ ਦੂਜਾ, ਜਿਹੜਾ 50% ਤੋਂ ਵੱਧ ਦਾ ਜੇ ਕੋਰਸ ਤੁਹਾਡਾ ਆਨਲਾਈਨ ਹੋ ਰਿਹਾ ਤਾਂ ਆਪਣੇ ਕਾਲਜ ਤੋਂ ਇਹ ਲਿਖਾ ਕੇ ਜ਼ਰੂਰ ਲਓ ਕਿ ਉਹ ਤੁਹਾਨੂੰ ਅੱਗੇ ਵਰਕ ਪਰਮਿਟ ਜਿਹੜਾ ਮਿਲੂਗਾ ਜੇ ਪੜ੍ਹਾਈ ਹੋ ਜਾਂਦੀ ਹੈ। ਜੇ ਉਹ ਨਹੀਂ ਲਿਖ ਕੇ ਦੇ ਰਹੇ ਤਾਂ ਜੇ ਤੁਸੀਂ ਪੜ੍ਹਾਈ ਜ਼ਿਆਦਾ ਕਰ ਲੈਂਦੇ ਹੋ ਤੁਹਾਨੂੰ ਮੁੜ ਕੇ ਵਰਕ ਪਰਮਿਟ ਨਹੀਂ ਮਿਲਦਾ, ਉਹਦੇ ਲਈ ਤੁਸੀਂ ਖੁਦ ਰਿਸਪੌਂਸਿਬਲ ਹੋਵੋਗੇ। ਉਹ ਕੇਸ ਦੇ ਵਿੱਚ ਆਪਣੇ ਕਾਲਜ ਨੂੰ ਕਹੋ ਕਿ ਮੇਰੇ ਕੋਰਸ ਨੂੰ ਡੈਫਰ ਕਰ ਦੇ ਅੱਗੇ, ਕਿਤੇ ਨਾ ਹੋਵੇ ਕਿ ਪੜ੍ਹਾਈ 50% ਤੋਂ ਵੱਧ ਹੋ ਜੇ ਤੇ ਮੁੜ ਕੇ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਉਹ ਨਾ ਮਿਲੇ। ਬਿਲਕੁਲ ਸਰ, ਅਸੀਂ ਐਲਐਮਆਈ ਦੀ ਗੱਲ ਕਰ ਰਹੇ ਸੀ, ਕਈ ਕਹਿ ਰਹੇ ਨੇ ਜਿਵੇਂ ਕਿ ਇਹ ਤਾਂ ਤੁਸੀਂ ਦੱਸਿਆ ਕਿ ਜਿਹੜੇ ਫੋਰਨ ਤੋਂ ਇਸ ਵਕਤ ਜਿਨ੍ਹਾਂ ਨੇ ਲਗਾਈਆਂ ਹੋਈਆਂ ਐਪਲੀਕੇਸ਼ਨਸ ਤੇ ਕਿੰਨਾਂ ਦੀ ਇਸ ਵਕਤ ਪਿਕ ਹੋ ਸਕਦੀ ਹੈ, ਕਿੰਨਾਂ ਦੀਆਂ ਪਿਕ ਹੋਣ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ ਨੇ, ਪਰ ਜਿਹੜੇ ਉਰੇ ਇਸ ਵਕਤ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਅੱਗੇ ਆਪਣੇ ਪੀਆਰ ਪ੍ਰੋਸੈਸ ਲਈ ਜਾਂ ਪੁਆਇੰਟਸ ਪੂਰੇ ਕਰਨ ਲਈ ਐਲਐਮਆਈ ਲੈਣੀ ਹੈ, ਉਹਨਾਂ ਦੇ ਅੱਗੇ ਪੁਆਇੰਟਸ ਇਸ ਤੋਂ ਬਿਨਾਂ ਪੂਰੇ ਨਹੀਂ ਹੋ ਸਕਦੇ, ਕਿ ਉਹਨਾਂ ਦੇ ਉੱਤੇ ਵੀ ਇਹ ਇਫੈਕਟ ਪਏਗਾ ਜਿਹੜੇ ਇਸ ਵਕਤ ਕੈਨੇਡਾ ਵਿੱਚ ਪਹੁੰਚ ਚੁੱਕੇ ਨੇ ਸਟੱਡੀ ਖਤਮ ਹੋਣ ਤੋਂ ਬਾਅਦ ਪ੍ਰੋਸੈਸ ਲਗਾਉਣ ਵਾਲੇ ਨੇ ਪੀਆਰ ਲਈ? ਜੇ ਅਗੇਨ ਫਿਰ ਸੈਕਟਰ ਵਾਈਜ਼ ਹੀ ਇਸ ਗੱਲ ਨੂੰ ਆਓਗੇ। ਸੋ ਜੇ ਤਾਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਐਪਲੀਕੇਸ਼ਨ ਦੋ ਕਿਸਮ ਦੀ ਹੋ ਸਕਦੀ ਹੈਗੀ ਹੈ, ਇੱਕ ਤਾਂ ਇਹ ਹੈ ਕਿ ਤੁਸੀਂ ਵਰਕ ਪਰਮਿਟ ਲੈਣਾ ਤੇ ਦੂਜਾ ਹੈਗਾ ਕਿ ਤੁਸੀਂ ਉਹਨੂੰ ਪੀਆਰ ਲਈ ਜਿਹੜਾ ਵਰਤਣਾ ਹੈਗਾ। ਜੇ ਤੁਸੀਂ ਸਿਰਫ ਉਹਨੂੰ ਪੀਆਰ ਲਈ 50 ਪੁਆਇੰਟਸ ਲੈ ਕੇ ਵਰਤਣਾ ਹੈ, ਉਹ ਐਪਲੀਕੇਸ਼ਨਸ ਦੇ ਉੱਤੇ ਕੋਈ ਬਹੁਤਾ ਫਰਕ ਨਹੀਂ ਪਊਗਾ ਜੀ, ਕਿਉਂਕਿ ਉਹ ਆਲਰੇਡੀ ਐਸਟੈਬਲਿਸ਼ਡ ਹੈ ਕਿ ਉਹ ਬੰਦਾ ਉੱਥੇ ਆਲਰੇਡੀ ਕੰਮ ਕਰ ਰਿਹਾ ਹੈ ਤੇ ਉਹਦਾ ਜਿਹੜਾ EMPLOYER ਹੈਗਾ ਉਹਨੂੰ ਉਹ ਫਰਦਰ ਅੱਗੇ ਨੌਕਰੀ ਦੇ ਰਿਹਾ ਹੈਗਾ, ਮਤਲਬ ਕਿ ਉਹਨੂੰ ਪਰਸੂ ਕਰ ਰਿਹਾ ਹੈਗਾ। ਪਰ ਅਗੇਨ EMPLOYER ਨੇ ਪ੍ਰੂਵ ਕਰਨਾ ਹੈ ਕਿ ਉਹਨੂੰ ਉਹ ਤਨਖਾਹ ਦੇਣ ਦੀ ਕਾਬਲੀਅਤ ਰੱਖਦਾ ਕਿ ਨਹੀਂ ਰੱਖਦਾ। ਪਰ ਜੇ ਤੁਸੀਂ ਇੱਕ ਨਿਊ ਫੋਰਨ ਵਰਕਰ ਨੂੰ ਹਾਇਰ ਕਰਨ ਲਈ ਜਿਹੜੀ ਐਪਲੀਕੇਸ਼ਨ ਕਰ ਰਹੇ ਹੋ, ਉਹ ਅਗੇਨ ਸੈਕਟਰ ਵਾਈਜ਼ ਹੀ ਜਿਹੜੀ ਦੇਖੀ ਜਾਊਗੀ ਜੀ। ਤੇ ਸਰ, ਜਿਹੜੇ ਇੱਥੇ ਹੁਣ ਇਸ ਵਕਤ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਦੀਆਂ ਆਨਲਾਈਨ ਸਟੱਡੀਜ਼ ਹੋ ਗਈਆਂ, ਇਸ ਵਕਤ ਉਹਨਾਂ ਨੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ, ਵਰਕ ਪਰਮਿਟ ਦਾ ਟਾਈਮ ਵੀ ਉਹਨਾਂ ਦਾ ਖੁੰਝਦਾ ਜਾ ਰਿਹਾ, ਐਲਐਮਆਈਏ ਦੇ ਕਰਕੇ ਉਹਨਾਂ ਨੂੰ ਜੌਬਸ ਤਾਂ ਮਿਲ ਚੁੱਕੀਆਂ ਨੇ ਪਰ ਇਸ ਵਕਤ ਉਹਨਾਂ ਦਾ ਟਾਈਮ ਪੀਰੀਅਡ ਜਿਹੜਾ ਲੰਘਦਾ ਜਾ ਰਿਹਾ ਵਾ। ਸੋ ਉਹਨਾਂ ਦਾ ਅਪੀਲਸ ਵੀ ਅਸੀਂ ਦੇਖ ਰਹੇ ਸੀ ਕਿ ਉਹਨਾਂ ਨੇ ਹੁਣ ਅਪੀਲ ਵੀ ਕੀਤੀ ਹੈ ਕਿ ਉਹਨਾਂ ਦੇ ਟਾਈਮ ਪੀਰੀਅਡ ਨੂੰ ਅੱਗੇ ਵਧਾਇਆ ਜਾਵੇ, ਜਿਹੜਾ ਇਸ ਵਕਤ ਕੋਵਿਡ ਦੇ ਕਰਕੇ ਲਾਸ ਹੋ ਰਿਹਾ ਜੌਬਸ ਦਾ। ਮੈਂ ਇਹਦੇ ਬਾਰੇ ਵਿੱਚ ਜਾਣਨਾ ਚਾਹੂੰਗੀ ਕਿ ਸਰਕਾਰ ਦਾ ਇੱਥੇ ਕੀ ਰਵੱਈਆ ਹੈਗਾ। ਇੱਕ ਕਾਲਰ ਪਹਿਲਾਂ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਮੈਂ ਯੂਐਸ ਕੈਲੀਫੋਰਨੀਆ ਤੋਂ ਬੋਲਦੀ, ਮੇਰਾ ਨਾਮ ਰਾਜਵਿੰਦਰ ਕੌਰ ਹੈਗਾ ਆ ਜੀ ਮੈਮ। ਹਾਂਜੀ, ਮੇਰਾ ਜਿਹੜਾ ਡਿਫਰੈਂਟ ਹੈਗਾ ਕੁਐਸਚਨ ਮੈਂ ਪੁੱਛਣਾ ਮੰਗਦੀ, ਸਾਨੂੰ ਪਤਾ ਨਹੀਂ ਜਿੱਦਾਂ ਅਸੀਂ ਇੱਥੇ ਯੂਐਸ ਰਹਿੰਦੇ ਹਾਂ, ਮੈਨੂੰ ਕੋਰਟ ਵਿੱਚ ਉੱਥੋਂ ਪੇਪਰ ਚਾਹੀਦਾ ਜਿੱਦਾਂ ਡਾਈਵੋਰਸ ਦਾ, ਮਤਲਬ ਪਤਾ ਕਰਨਾ ਮੰਗਦੀ ਕੋਰਟ ਉੱਥੇ ਓਪਨ ਹੈਗੇ ਆ ਆਟੋਵਾ ਕਿ ਜਾਂ ਨਹੀਂ ਹੈਗੇ, ਕੈਨੇਡਾ ਦੇ ਖੁੱਲੇ ਕਿ ਨਹੀਂ ਖੁੱਲੇ? ਜੀ ਖੈਰਾ ਜੀ ਤੁਹਾਨੂੰ ਹਾਂਜੀ ਜੀ ਖੈਰਾ ਜੀ ਕੁਝ ਤੁਹਾਡਾ ਡਾਈਵੋਰਸ ਦੀ ਸਰ ਉਹ ਪੁੱਛਣਾ ਚਾਹੁੰਦੇ ਨੇ। ਤੁਹਾਡਾ ਡਾਈਵੋਰਸ ਕੈਨੇਡਾ ਦੇ ਵਿੱਚ ਹੋਇਆ ਸੀ ਜੀ? ਜੀ ਮੈਮ, ਤੁਹਾਡਾ ਡਾਈਵੋਰਸ ਕੈਨੇਡਾ ਵਿੱਚ ਹੋਇਆ ਸੀ? ਹਾਂਜੀ 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 ਜੀ ਮੈਮ। ਜੀ ਸਰ। ਹਾਂਜੀ, ਸੋ ਜੇ ਤੁਹਾਨੂੰ ਆਪਦੇ ਕੇਸ ਦੀ ਕਾਪੀ ਚਾਹੀਦੀ ਹੈਗੀ ਹੈ ਸਾਡੇ ਦਫ਼ਤਰ, ਹਾਂਜੀ ਬਿਲਕੁਲ ਜੀ, ਤੁਸੀਂ ਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਤੁਸੀਂ ਹੇਠ ਲਿਖੇ ਨੰਬਰਾਂ ਦੇ ਉੱਤੇ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਆ ਜੀ। ਜਿਹੜੇ ਤੁਹਾਡੇ ਡਿਵੋਰਸ ਦੇ ਕਾਗਜ਼ ਹੈਗੇ ਉਹ ਅਸੀਂ ਤੁਹਾਨੂੰ ਕੋਰਟ ਚੋਂ ਕਢਵਾ ਕੇ ਦੇ ਸਕਦੇ ਹੈਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ ਹੈਲੋ, ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਮ ਅਸੀਂ ਦੁਬਈ ਤੋਂ ਹੀ ਬੋਲਦੇ ਹਾਂ ਮੈਮ। ਜਿੱਦਾਂ ਖਹਿਰਾ ਸਾਹਿਬ ਨੇ ਪਹਿਲਾਂ ਦੱਸਿਆ ਕਿ ਜਿਨ੍ਹਾਂ ਨੇ ਅਗਲੇ ਮਹੀਨੇ ਮੈਮ ਅਸੀਂ ਆ ਰਹੇ ਹਾਂ ਦੁਬਈ ਪਰਮਿਟ ਤੇ ਐਜ਼ ਏ ਡਰਾਈਵਰ। ਮੈਮ ਜਿਹੜੀ EMPLOYER ਵੱਲੋਂ ਲੈਟਰ ਆ ਉਹ ਮੈਮ ਪਹਿਲਾਂ ਕੋਈ 에ਅਰਲਾਈਨ ਨੂੰ ਇਹਨਾਂ ਦੇ ਵੈਬਸਾਈਟ ਤੇ ਨਹੀਂ ਪਾਉਣ ਦੀ ਲੋੜ, ਉਹ ਐਟ ਏ ਟਾਈਮ 에ਅਰਪੋਰਟ ਤੇ ਮੌਜੂਦ ਚਾਹੀਦੀ ਨਾ। EMPLOYER ਵੱਲੋਂ ਜੋ ਮੈਮ ਲਿਖਣਾ ਵੀ ਕਿੱਥੇ ਉਹਨਾਂ ਸਾਨੂੰ ਰੱਖਣਾ 14 ਦਿਨ ਲਈ, ਜੋ ਖਾਣ ਪੀਣ ਦਾ ਸਾਰਾ ਪ੍ਰੋਸੀਜਰ ਮੈਮ ਉਹ ਲੈਟਰ ਦੇ ਵਿੱਚ ਹੋਣਾ ਚਾਹੀਦਾ, ਔਰ ਮੈਂ ਉਹ 에ਅਰਪੋਰਟ ਤੇ ਸ਼ੋਅ ਕਰ ਸਕਦਾ ਨਾ 에ਅਰਲਾਈਨ ਨੂੰ।
ਜਦੋਂ ਪੁੱਛਣ ਗਿਆ ਪਹਿਲਾਂ ਤਾਂ ਨਹੀਂ ਉਹਨਾਂ ਦੀ ਵੈਬਸਾਈਟ ਤੇ ਕੋਈ ਏਦਾਂ ਕਰਨ ਦੀ ਲੋੜ ਨਹੀਂ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਕਾਲ ਕਰਨ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਓਕੇ ਕੋਸ਼ਿਸ਼ ਕਰੋ ਕਿ ਇੱਕੋ ਵਾਰੀ ਤੁਸੀਂ ਸਵਾਲ ਕਰੋ, ਕਿਉਂਕਿ ਬਹੁਤ ਸਾਰੇ ਦਰਸ਼ਕ ਇਸ ਵਕਤ ਲਾਈਨ 'ਚ ਲੱਗੇ ਹੋਏ ਨੇ ਜੀ ਸਰ। ਤਰਨ ਇਹਨਾਂ ਬਹੁਤ ਇੰਟੈਲੀਜੈਂਟ ਕੁਐਸਚਨ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਦੋ ਹਿੱਸੇ ਹੈਗੇ ਨੇ ਜੀ। ਇੱਕ ਹਿੱਸਾ ਤਾਂ ਹੈਗਾ ਜੌਬ ਆਫਰ, ਉਹ ਤਾਂ ਤੁਹਾਡੇ EMPLOYER ਨੇ ਦੇਣਾ ਹੈਗਾ। ਉਹਦੇ 'ਚ ਕੀ ਇਨਕਲੂਡ ਹੋਣਾ ਚਾਹੀਦਾ? ਉਹਦੇ 'ਚ ਇਨਕਲੂਡ ਹੋਣਾ ਚਾਹੀਦਾ ਕਿ ਬਿਜ਼ਨਸ ਜਿਹੜਾ ਖੁੱਲ੍ਹਾ ਹੈਗਾ, ਇੰਨੀ ਤਰੀਕ ਨੂੰ ਤੁਸੀਂ ਜਿਹੜਾ ਹੈਗਾ ਕੰਮ ਕਰਨਾ ਹੈਗਾ ਤੇ ਤੁਹਾਨੂੰ ਤੁਹਾਡੇ ਲਈ ਪੋਜੀਸ਼ਨ ਓਪਨ ਹੈਗੀ ਹੈ। ਦੂਜਾ ਹੈਗਾ ਤੁਹਾਡਾ ਕੁਆਰੰਟੀਨ ਪਲਾਨ। ਕੁਆਰੰਟੀਨ ਪਲਾਨ ਹੈ ਕਿ ਤੁਸੀਂ ਉਹ 14 ਦਿਨ ਆਪਣੇ ਆਪ ਨੂੰ ਕਿਵੇਂ ਕੰਡਕਟ ਕਰਨਾ ਹੈ ਤੇ ਤੁਸੀਂ ਕਿੱਥੇ ਰਹਿਣਾ ਹੈ, 에ਅਰਪੋਰਟ ਤੋਂ ਲੈ ਕੇ ਉਹ ਕੁਆਰੰਟੀਨ ਪਲੇਸ ਤੱਕ ਤੁਸੀਂ ਕਿਵੇਂ ਜਾਣਾ ਹੈ ਤੇ ਤੁਹਾਡੀਆਂ ਜਿਹੜੀਆਂ ਅਸੈਂਸ਼ੀਅਲ ਨੀਡਸ ਨੇ ਉਹ ਕਿਵੇਂ ਪੂਰੀਆਂ ਹੋਣਗੀਆਂ। ਇਹ ਦੋਏ ਕਾਗਜ਼ ਤੁਹਾਨੂੰ ਜਦੋਂ ਤੁਸੀਂ ਜਹਾਜ਼ ਬੋਰਡ ਕਰਨਾ ਹੈਗਾ, ਜਦੋਂ ਤੁਹਾਨੂੰ ਬੋਰਡਿੰਗ ਪਾਸ ਮਿਲਣਾ ਹੈ, ਉਸ ਸਮੇਂ ਦੇਖੇ ਜਾਣੇ ਹੈਗੇ ਨੇ। ਸੋ ਪਹਿਲਾਂ ਕੋਈ ਨਹੀਂ ਹੈਗਾ। ਸੋ ਜਿਹੜਾ ਏਜੰਟ ਹੈਗਾ 에ਅਰਲਾਈਨ ਦਾ ਜਿਹਨੇ ਤੁਹਾਨੂੰ ਬੋਰਡਿੰਗ ਪਾਸ ਇਸ਼ੂ ਕਰਨਾ ਹੈ, ਉਹਨੇ ਇਹ ਡਿਟਰਮੀਨੇਸ਼ਨ ਕਰਨੀ ਹੈ ਕਿ ਤੁਹਾਨੂੰ ਜਹਾਜ਼ 'ਚ ਬੋਰਡਿੰਗ ਪਾਸ ਦਿੱਤਾ ਜਾਵੇ ਜਾਂ ਨਹੀਂ ਦਿੱਤਾ ਜਾਵੇ। ਇਹਦੇ ਪਿੱਛੇ ਇੱਕ ਬੈਕਗਰਾਉਂਡ ਵੀ ਕੰਮ ਕਰਦਾ ਹੈਗਾ। ਜੀ ਸੋ ਜਿਹੜਾ ਜਿਹੜਾ 에ਅਰਲਾਈਨ ਦਾ ਏਜੰਟ ਹੈਗਾ ਉਹ ਵੈਨ ਇਨ ਡਾਊਟ ਹੈਗਾ, ਜੇ ਉਹਨੂੰ ਕੋਈ ਗੱਲ ਨਹੀਂ ਸਮਝ ਆ ਰਹੀ ਤਾਂ ਉਹ ਜਿਹੜਾ ਲੋਕਲ ਐਮਬੈਸੀ ਹੈ ਕੈਨੇਡਾ ਦੀ ਉਸ ਦੇਸ਼ ਦੇ ਵਿੱਚੋਂ, ਉਹਦੇ ਵਿੱਚੋਂ ਇੱਕ ਲੀਅਜ਼ਨ ਆਫਿਸਰ ਹੁੰਦਾ ਹੈਗਾ। ਉਹ ਲੀਅਜ਼ਨ ਆਫਿਸਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਆਫਿਸਰ ਹੁੰਦਾ ਹੈਗਾ। ਸੋ ਉਹ ਉਸ ਆਫਿਸਰ ਨੂੰ ਪੁੱਛਦਾ ਹੈਗਾ ਕਿ ਆਹ ਇੰਡੀਵਿਜੂਅਲ ਹੈਗਾ, ਇਹਨੂੰ ਮੈਂ ਬੋਰਡ ਕਰਨ ਦੇਵਾਂ, ਆਹ ਇਸ਼ੂਜ਼ ਹੈਗੇ ਨੇ। ਤਾਂ ਉਸ ਤੋਂ ਬਾਅਦ ਉਹ ਆਫਿਸਰ ਡਿਟਰਮਿਨ ਕਰਦਾ ਕਿ ਇਹਨੂੰ ਆਉਣ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ। ਉਹਦੇ ਲਈ ਜੋ ਕ੍ਰਾਈਟੇਰੀਆ ਨਿਸ਼ਚਿਤ ਕੀਤਾ ਗਿਆ ਹੈਗਾ, ਉਹ ਇੱਕ ਤਾਂ ਟਰੈਵਲ ਰਿਸਟ੍ਰਿਕਸ਼ਨਸ ਨੇ, ਕੁਆਰੰਟਾਈਨ ਐਕਟ ਹੈ, ਟਰਾਂਸਪੋਰਟੇਸ਼ਨ ਐਕਟ ਹੈ। ਕਿਉਂਕਿ ਜੇ 에ਅਰਲਾਈਨ ਗਲਤ ਬੰਦੇ ਨੂੰ ਲੈ ਕੇ ਆ ਜਾਂਦੀ ਹੈ, ਉਹਨੂੰ $25,000 ਤੱਕ ਦਾ ਜੁਰਮਾਨਾ ਹੈਗਾ ਇੱਕ ਪੈਸੇਂਜਰ ਪਿੱਛੇ। ਸੋ ਕਦੇ ਵੀ ਉਹ ਜਿੰਨਾ ਚਿਰ ਉਹ ਪਰਪੱਕ ਨਹੀਂ ਹੋ ਜਾਂਦੇ, ਮੇਕ ਸ਼ੋਰ ਨਹੀਂ ਕਰ ਲੈਂਦੇ, ਉਹਨਾਂ ਚਿਰ ਲੈ ਕੇ ਨਹੀਂ ਆਉਣਗੇ। ਸੋ ਇਹ ਕਾਗਜ਼ ਜਦੋਂ ਤੁਸੀਂ ਜਹਾਜ਼ ਨੂੰ ਬੋਰਡਿੰਗ ਕਰਨੀ ਹੈਗੀ ਹੈ, ਜਦੋਂ ਏਜੰਟ ਨੇ ਤੁਹਾਨੂੰ ਬੋਰਡਿੰਗ ਪਾਸ ਦੇਣਾ ਹੈ, ਉਸ ਵੇਲੇ ਨੇ ਇਹ ਦੋ ਕਾਗਜ਼ ਦੇਖਣੇ ਜ਼ਰੂਰੀ ਹੈ। ਰਾਦਰ ਤਿੰਨ ਕਾਗਜ਼। ਪਹਿਲਾ ਤੁਹਾਡਾ ਜਿਹੜਾ ਵਰਕ ਵੀਜ਼ਾ ਹੈਗਾ ਉਹ ਵੈਲਿਡ ਹੈ। ਦੂਜਾ ਤੁਹਾਡੇ ਕੋਲੇ ਕਨਫਰਮੇਸ਼ਨ ਹੈਗੀ ਹੈ ਕਿ ਕੰਮ ਹੈਗਾ। ਤੀਜਾ ਤੁਹਾਡਾ ਕੁਆਰੰਟੀਨ ਪਲਾਨ ਹੈ। ਉਸ ਤੋਂ ਬਾਅਦ ਤੁਹਾਨੂੰ ਬੋਰਡ ਕਰਨ ਦਿੱਤਾ ਜਾਊਗਾ, ਪਰ ਪਹਿਲਾਂ ਇਹੋ ਜਿਹਾ ਕੋਈ ਕ੍ਰਾਈਟੇਰੀਆ ਨਹੀਂ ਕਿ ਤੁਸੀਂ ਵੈਬਸਾਈਟ ਤੇ ਪਾਉਣਾ। ਜੀ ਬਿਲਕੁਲ। ਤੇ ਸਰ ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਐਵਰਫੋਰਡ। ਹਾਂਜੀ ਦੱਸੋ, ਕੀ ਪੁੱਛਣਾ ਤੁਸੀਂ? ਹਾਂਜੀ, ਅਸੀਂ ਸੁਣਿਆ ਸੀ ਕਿ ਲਾਈਕ ਜਿੱਦਾਂ LMI ਦਾ ਬੰਦ ਹੋ ਚੁੱਕਿਆ, ਉਹਦੇ ਬਾਰੇ ਲਾਈਕ ਜਿਨ੍ਹਾਂ ਨੂੰ ਆਲਰੇਡੀ ਇੱਥੇ 1.5 year ਹੋ ਗਏ ਰਹਿੰਦੇ, ਉਹਨਾਂ ਕੋਲ ਵਰਕ ਪਰਮਿਟ ਆ, ਇਨ ਕੇਸ ਉਹਨਾਂ ਦਾ ਐਕਸਪਾਇਰ ਹੁੰਦਾ ਜੀ ਨੈਕਸਟ 6 months, ਤਾਂ ਫਿਰ ਉਹਨਾਂ ਦਾ ਰੀਨਿਊ ਹੋਊਗਾ ਨਹੀਂ? ਜੀ ਮੈਮ, ਆਲਰੇਡੀ ਇਸ ਮੈਟਰ ਉੱਤੇ ਡਿਸਕਸ ਕਰ ਚੁੱਕੇ ਹਾਂ। ਤੁਸੀਂ ਪ੍ਰੋਗਰਾਮ ਨੂੰ ਧਿਆਨ ਨਾਲ ਦੇਖੋ ਜਾਂ ਫੇਸਬੁੱਕ ਤੇ ਤੁਸੀਂ ਸਕਰੋਲ ਕਰਕੇ ਵੇਖ ਸਕਦੇ ਹੋ। ਇਹ ਮੈਟਰ ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਹਾਂ। ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ। ਓਕੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਹਾਂਜੀ ਕੁਐਸਚਨ ਮੈਮ, ਸਿਟੀਜ਼ਨਸ਼ਿਪ ਵਾਸਤੇ ਹੈ। ਕਿੱਥੋਂ ਬੋਲ ਰਹੇ ਹੋ ਤੁਸੀਂ? ਟੋਰਾਂਟੋ। ਹਾਂਜੀ ਦੱਸੋ, ਕੀ ਪੁੱਛਣਾ ਤੁਸੀਂ? ਮੇਰਾ ਕੁਐਸਚਨ ਹੈ ਕਿ ਜਦੋਂ ਸਿਟੀਜ਼ਨ ਐਪਲੀਕੇਸ਼ਨ ਲਗਾਈ ਦੀ ਹੈ, ਨਾਲ ਜਿਹੜੇ ਸਪੋਰਟਿੰਗ ਡਾਕੂਮੈਂਟਸ ਦੇਣੇ ਨੇ, ਉਹਦੇ ਵਿੱਚ ਇੰਗਲਿਸ਼ ਟੈਸਟ ਰਿਜ਼ਲਟਸ ਵੀ ਦੇਣੇ ਹੁੰਦੇ ਨੇ, ਤਾਂ ਉਹਦੇ ਵਿੱਚ ਉਹਨਾਂ ਨੇ ਮੰਗਿਆ ਕਿ ਆਈਲੈਟਸ ਦਾ ਜਨਰਲ ਟ੍ਰੇਨਿੰਗ ਦਾ 4 ਬੈਂਡਸ ਹੋਣੇ ਚਾਹੀਦੇ ਨੇ, ਬਟ ਸਾਡੇ ਕੋਲ ਐਕੈਡੈਮਿਕ ਟ੍ਰੇਨਿੰਗ ਦੇ 6 ਬੈਂਡਸ ਹੈਗੇ ਨੇ, ਜਿਹੜਾ ਕਿ ਜ਼ਿਆਦਾ ਮੁਸ਼ਕਿਲ ਟੈਸਟ ਹੈ। ਤੇ ਮੇਰਾ ਕੁਐਸਚਨ ਹੈ ਕਿ ਅਸੀਂ ਇਹ ਐਕੈਡੈਮਿਕ ਟ੍ਰੇਨਿੰਗ ਵਾਲਾ ਆਈਲੈਟਸ ਦਾ ਰਿਜ਼ਲਟ ਰਿਪੋਰਟ ਲਗਾ ਸਕਦੇ ਹਾਂ ਕਿ ਜਨਰਲ ਟ੍ਰੇਨਿੰਗ ਦਾ ਹੀ ਜਾ ਕੇ ਟੈਸਟ ਦੇਣਾ ਪਏਗਾ ਸਾਨੂੰ ਇਸ ਵਾਸਤੇ? ਜੀ ਬਿਲਕੁਲ। ਇਹ ਮੇਰਾ ਸਵਾਲ ਤਾਂ ਇਹਨਾਂ ਲਈ ਹੈਗਾ ਕਿ ਇਹ ਕੈਨੇਡਾ 'ਚ ਪਰਮਨੈਂਟ ਰੈਜ਼ੀਡੈਂਟ ਕਿਵੇਂ ਹੋਏ ਸੀ? ਮੈਮ ਤੁਸੀਂ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਟ ਕਿਵੇਂ ਹੋਏ ਸੀ? 3 ਸਾਲ ਤੋਂ ਵੱਧ ਹੋ ਗਏ ਨੇ। ਨਹੀਂ, ਹੋਏ ਕਿਸ ਤਰ੍ਹਾਂ ਸੀ? ਤੁਸੀਂ ਕਿਵੇਂ ਹੋਏ ਸੀ PR? ਸਪਾਊਸ ਵੀਜ਼ਾ। ਸਪਾਊਸ, ਓਕੇ, ਸਪਾਊਸ ਕੇਸ ਤੇ। ਠੀਕ ਹੈ ਜੀ। ਸਰ ਤੁਸੀਂ ਕੁਝ ਹੋਰ ਹਾਂਜੀ ਪੁੱਛਣਾ? ਹਾਂਜੀ, ਸੋ ਇਹਨਾਂ ਨੂੰ ਜਨਰਲ ਟ੍ਰੇਨਿੰਗ ਹੀ ਜੀ ਚਾਹੀਦਾ ਬਿਲਕੁਲ, ਤੁਸੀਂ ਜਾਂ ਟੀਵੀ ਫਿਰ ਸਕਰੀਨ ਤੇ ਮੈਮ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਇਹਨਾਂ ਨੂੰ ਜਨਰਲ ਟ੍ਰੇਨਿੰਗ ਹੀ ਚਾਹੀਦਾ। ਤੇ ਦੂਜਾ, ਇਹਨਾਂ ਨੂੰ ਜੇ ਜਨਰਲ ਟ੍ਰੇਨਿੰਗ ਨਹੀਂ ਹੈਗਾ ਤਾਂ ਜਿਹੜਾ ਲਿੰਕ ਪ੍ਰੋਗਰਾਮ ਹੈਗਾ, ਲੈਂਗੁਏਜ ਇੰਸਟਰਕਸ਼ਨ ਫॉर ਨਿਊ ਕਮਰਸ ਹੈਗਾ, ਜੇ ਉਹ ਉੱਥੋਂ CLB4 ਲੈ ਲੈਂਦੇ ਆ ਜੀ, ਤਾਂ ਵੀ ਉਹਨੂੰ ਮਨਜ਼ੂਰ ਮੰਨਿਆ ਜਾਂਦਾ ਹੈਗਾ। ਸੋ ਜਿਹੜਾ ਇਹਨਾਂ ਦਾ ਲੋਕਲ ਲਿੰਕ ਆਫਿਸ ਹੈਗਾ, LINC, ਲੈਂਗੁਏਜ ਇੰਸਟਰਕਸ਼ਨ ਫॉर ਨਿਊ ਕਮਰਸ, ਜੇ ਉਹਨੂੰ ਕੰਟੈਕਟ ਕਰਦੇ ਨੇ, ਉੱਥੇ ਟੈਸਟ ਦੇ ਦਿੰਦੇ ਆ ਤੇ ਉਹ ਇਹਨਾਂ ਨੂੰ CLB4 ਦੇ ਮੁਤਾਬਕ ਸਰਟੀਫਿਕੇਸ਼ਨ ਦੇ ਦਿੰਦੇ ਆ।
ਉਹ ਵੀ ਮਨਜ਼ੂਰ ਮੰਨੀ ਜਾਊਗੀ, ਪਰ ਜੇ ਆਇਲਸ ਇਹਨਾਂ ਨੇ ਦੁਬਾਰੇ ਕਰਨਾ ਹੈ ਤੇ ਹਾਂਜੀ ਇਹਨਾਂ ਨੂੰ ਜਨਰਲ ਟ੍ਰੇਨਿੰਗ ਹੀ ਦੇਣਾ ਪੈਣਾ ਹੈ। ਜੀ ਬਿਲਕੁਲ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਜਿਹੜੇ ਇਸ ਵਕਤ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਵਾਲਿਆਂ ਦਾ ਟਾਈਮ ਜੀ ਜੋ ਇਸ ਵਕਤ ਖਰਾਬ ਹੋ ਰਿਹਾ ਵਾ ਕੋਵਿਡ ਦੇ ਕਰਕੇ। ਇੱਕ ਨੋਵਾ ਸਕੋਸ਼ੀਆ ਦੇ ਵਿੱਚੋਂ ਸਟੂਡੈਂਟ ਹੈਗੇ ਜੀ, ਹੂੰ ਜਿਹੜੇ ਕਿ ਬ੍ਰਾਜ਼ੀਲੀਅਨ ਬੈਕਗ੍ਰਾਉਂਡ ਹੈਗਾ। ਸੋ ਉਹਨਾਂ ਨੇ ਇਹ ਇੱਕ ਪਟੀਸ਼ਨ ਹੈ ਜਿਹੜਾ ਸ਼ੁਰੂ ਕੀਤਾ ਹੈਗਾ। ਉਹ ਪਟੀਸ਼ਨ ਉਹਨੇ ਇਸ ਤਰੀਕੇ ਨਾਲ ਸ਼ੁਰੂ ਕੀਤਾ ਹੈਗਾ ਕਿ ਜਿੰਨਾ ਸਮਾਂ ਇਹ ਕੋਵਿਡ ਕਰਕੇ ਖਰਾਬ ਹੋਇਆ ਹੈਗਾ, ਉਹ ਉਹਨਾਂ ਵਰਕ ਪਰਮਿਟ ਉਹਨਾਂ ਨੂੰ ਅੱਗੇ ਐਕਸਟੈਂਡ ਕੀਤਾ ਜਾਵੇ। ਸੋ ਬਹੁਤ ਸਾਰੇ ਲੋਕ ਇਹ ਪਟੀਸ਼ਨ ਨੂੰ ਸਾਈਨ ਇਸ ਵੇਲੇ ਕਰ ਰਹੇ ਨੇ, ਕਿੱਥੇ ਕਿ ਜਿਹੜੀਆਂ ਸਰਕਮਸਟੈਂਸਿਸ ਨੇ ਉਹ ਬਿਯੋਂਡ ਰੀਜ਼ਨੇਬਲ ਕੰਟਰੋਲ ਹੈਗੀਆਂ ਨੇ। ਸੋ ਜੇ ਇਹ 4 ਜਾਂ 5 ਮਹੀਨੇ ਜਿੰਨਾ ਚਿਰ ਰਿਹਾ, ਜੇ ਇਹਨੂੰ ਆਪਾਂ ਵੈਸੇ ਵੀ ਕਰਕੇ ਦੇਖੀਏ ਤਾਂ ਘੱਟੋ ਘੱਟ 3 ਮਹੀਨੇ ਤਾਂ ਬਣਦੇ ਹੀ ਬਣਦੇ ਹੈਗੇ ਤੁਰੰਤ, ਮਿਨੀਮਮ 3 ਮੰਥਸ ਨੇ ਜਿਹੜੇ ਉਹ ਘੱਟ ਨੇ। ਪਰ ਉਹ ਇਹ ਪਟੀਸ਼ਨ ਦੇ ਵਿੱਚ ਕਹਿ ਰਹੇ ਨੇ ਕਿ ਉਹਨਾਂ ਨੂੰ 6 ਮਹੀਨੇ ਦੀ ਜਿਹੜੀ ਛੋਟ ਹੈ ਉਹ ਦਿੱਤੀ ਜਾਵੇ, ਜਿਹੜਾ ਕਿ ਇਹ ਕੋਵਿਡ ਕਰਕੇ ਸਮਾਂ ਖਰਾਬ ਹੋਇਆ ਹੈਗਾ। ਨਾਲ ਦੀ ਨਾਲ ਉਹਨੇ ਪਟੀਸ਼ਨ ਦੇ ਵਿੱਚੋਂ ਇਹ ਵੀ ਜਿਹੜੀ ਗੱਲ ਨੂੰ ਹਾਈਲਾਈਟ ਕੀਤਾ ਹੈ ਕਿ ਜੇ ਸਾਨੂੰ ਇਹ ਗੱਲ ਪਤਾ ਹੁੰਦੀ ਕਿ ਕੋਵਿਡ ਹੋ ਜਾਣਾ ਹੈਗਾ ਤਾਂ ਅਸੀਂ ਇਹ ਜਿਹੜੀ ਪੜ੍ਹਾਈ ਤੇ ਇੰਨੇ ਪੈਸੇ ਨਾ ਖਰਚਦੇ ਤੇ ਕੈਨੇਡਾ ਦੇ ਵਿੱਚੋਂ ਆਪਦੀ ਅੱਗੇ ਪਾਥਵੇ ਟੂ ਪਰਮਨੈਂਟ ਰੈਜ਼ੀਡੈਂਸ ਲਈ ਨਾ ਕਰਦੇ। ਸੋ ਇਹ ਅਨਫੋਰਸੀਨ ਸਿਚੁਏਸ਼ਨ ਹੈਗੀ ਹੈ। ਸੋ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਕੋਵਿਡ ਹੋਣਾ ਤਾਂ ਮੈਂ ਨਾ 16,000 ਆਪਦੀ ਫੀਸ ਦੇ ਉੱਤੇ ਖਰਚ ਕਰਦੀ ਤੇ ਨਾ ਹੀ ਮੈਂ ਅੱਗੇ ਜਿਹਨਾਂ ਪਾਥਵੇ ਟੂ ਪਰਮਨੈਂਟ ਰੈਜ਼ੀਡੈਂਸ ਬਾਰੇ ਵਿਚਾਰ ਕਰਦੀ। ਸੋ ਸ਼ਾਇਦ ਇਹ ਪਟੀਸ਼ਨ ਦਾ ਕੋਈ ਅਸਰ ਹੋਊਗਾ, ਇਹ ਤਾਂ ਆਪਾਂ ਨੂੰ ਨਹੀਂ ਪਤਾ ਹੈਗਾ। ਪਰ ਜੇ ਬਹੁਤ ਸਾਰੇ ਲੋਕ ਇਹ ਪਟੀਸ਼ਨ ਨੂੰ ਜੁਆਇਨ ਕਰਨਗੇ ਤਾਂ ਸ਼ਾਇਦ, ਕਿਉਂਕਿ ਇਸ ਵੇਲੇ ਤਕਰੀਬਨ 650,000 ਜਿਹੜੇ ਸਟੱਡੀ ਪਰਮਿਟ ਵਾਲੇ ਲੋਕ ਕੈਨੇਡਾ ਦੇ ਵਿੱਚ ਹੈਗੇ ਨੇ। ਸੋ ਜੇ ਐਡਾ ਵੱਡਾ ਨੰਬਰ ਇਹ ਪਟੀਸ਼ਨ ਨੂੰ ਫੋਲੋ ਕਰਦਾ ਤਾਂ ਸ਼ਾਇਦ ਸਰਕਾਰ ਇਹਦੇ 'ਚ ਕੋਈ ਲੀਨੀਅੰਸੀ ਦੇਖੇ, ਪਰ ਹਾਲੇ ਤੱਕ ਕਾਨੂੰਨ 'ਚ ਇਹਦੇ ਲਈ ਕੋਈ ਜਿਹੜੀ ਛੋਟ ਹੈ ਨਹੀਂ ਦਿੱਤੀ ਗਈ। ਬਿਲਕੁਲ ਜੀ। ਇੱਕ ਕਾਲਰ ਹੋ ਜੁੜ ਚੁੱਕੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਅਮਨਦੀਪ ਬੋਲਦੀ ਹਾਂ ਜੀ। ਅਮਨ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ ਸਰ ਮੈਮ, ਮੈਂ ਸਰ ਤੋਂ ਪੁੱਛਣਾ ਸੀ ਵੀ LMIA ਦੇ ਇੱਥੇ ਚੱਲ ਰਹੇ ਆ ਨਾ ਰਾਈਟ ਨਾਓ ਪ੍ਰੋਸੈਸਿੰਗ ਟਾਈਮ ਬੰਦ ਹੋ ਚੁੱਕੇ ਆ? ਜੀ ਖੈਰਾ ਜੀ, LMIA ਬਾਰੇ ਪੁੱਛਣਾ ਚਾਹੁੰਦੇ ਨੇ ਕਿ ਪ੍ਰੋਸੈਸਿੰਗਸ ਚੱਲ ਰਹੀਆਂ ਨੇ LMIA ਦੀਆਂ ਜਾਂ ਬੰਦ ਹੋ ਗਈਆਂ ਨੇ? ਹਾਂਜੀ, ਸੋ ਇਹਦੇ ਉੱਤੇ ਜਿਹੜੇ ਪ੍ਰਾਇੋਰਟਾਈਜ਼ ਕੀਤਾ ਗਿਆ ਹੈਗਾ ਸਰਟਨ ਆਕੂਪੇਸ਼ਨਸ ਨੂੰ, ਜਿਹਦੀਆਂ LMI ਸਭ ਤੋਂ ਪਹਿਲਾਂ ਪ੍ਰੋਸੈਸ ਹੋ ਰਹੀਆਂ ਨੇ। ਉਹ 'ਚ ਫਾਰਮ ਵਰਕਰਸ ਨੇ, ਟਰੱਕ ਡਰਾਈਵਰਸ ਨੇ, ਨਰਸਰੀ ਵਰਕਰਸ ਨੇ, ਤੇ ਮੀਟ ਪਲਾਂਟ ਵਿੱਚ ਕੰਮ ਕਰਨ ਵਾਲੇ ਲੋਕ ਨੇ, ਹੈਲਥ ਵਰਕਰਸ ਨੇ। ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਨਾਲ ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਹੈ ਜਿਹੜਾ ਕੀਤਾ ਗਿਆ। ਉਹ ਤੋਂ ਬਾਅਦ ਜਿਹੜੀਆਂ ਹੋਰ ਐਪਲੀਕੇਸ਼ਨਸ ਨੇ ਉਹ ਰੈਗੂਲਰ ਪ੍ਰੋਸੈਸ ਦੇ ਵਿੱਚੋਂ ਹੈਗੀਆਂ ਨੇ। ਸੋ ਜੇ ਸ਼ਾਰਟ ਆਨਸਰ ਹੈਗਾ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਨੇ, ਆਨਸਰ ਹੈਗਾ ਹਾਂਜੀ। ਪਰ ਜਿਹੜੀ ਤੁਹਾਡੀ ਅਰਜ਼ੀ ਹੈਗੀ ਆ ਉਹ ਡਿਪੈਂਡ ਕਰੂਗਾ ਉਹ ਕਿਹੜੀ ਆਕੂਪੇਸ਼ਨ 'ਚ ਹੈ, ਉਹ ਲੋ ਪ੍ਰਾਇੋਰਟੀ ਦੇ ਵਿੱਚ ਹੈ ਜਾਂ ਹਾਈ ਪ੍ਰਾਇੋਰਟੀ ਦੇ ਵਿੱਚ ਹੈ, ਉਹਦੇ ਹਿਸਾਬ ਨਾਲ ਹੀ ਪ੍ਰੋਸੈਸ ਹੋਊਗੀ। ਬਿਲਕੁਲ ਸਰ, ਅਸੀਂ ਗੱਲ ਕਰ ਰਹੇ ਸੀ ਇਸ ਤੋਂ ਪਹਿਲਾਂ ਤੁਸੀਂ ਦੱਸਿਆ ਸੀਗਾ ਕਿ ਜਿਹੜੇ ਇਸ ਵਕਤ ਫੋਰਨ ਵਰਕਰਸ ਜਿਹੜੇ ਹੈਗੇ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਅਪਲਾਈ ਕਰ ਸਕਦੇ ਨੇ ਤੇ ਕਿਹਨਾਂ ਦੀਆਂ ਐਪਲੀਕੇਸ਼ਨ ਜਿਹੜੀਆਂ ਨੇ ਪਹਿਲੇ ਨੰਬਰ ਤੇ ਪ੍ਰੋਸੈਸਿੰਗ ਹੋ ਰਹੀ ਹੈ। ਸਰ ਇਸ ਦੇ ਵਿੱਚ ਜਿਵੇਂ ਗੱਲ ਕਰੀਏ ਕਿ ਜਿਹੜੇ ਫੋਰਨ ਵਰਕਰਸ ਇਸ ਵਕਤ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਸੀ, ਉਹਨਾਂ ਦੀ ਹੁਣ ਜਿਨ੍ਹਾਂ ਨੇ ਹਜੇ ਅਪਲਾਈ ਕੀਤਾ ਹੋਇਆ ਵਾ ਉਹਨਾਂ ਦੀ ਪ੍ਰੋਸੈਸਿੰਗ ਚੱਲ ਰਹੀਆਂ ਨੇ, ਉਹਨਾਂ ਦੇ ਉੱਤੇ ਵੀ ਇਫੈਕਟ ਪਏਗਾ ਜਾਂ ਜਿਨ੍ਹਾਂ ਨੇ ਅਪਲਾਈ ਕਰਨਾ ਆ ਉਹਨਾਂ ਦੀ ਐਪਲੀਕੇਸ਼ਨ ਤੇ ਜਿਹੜਾ ਫਰਕ ਪਏਗਾ? ਤਰਨ, ਜਿਹੜਾ LMIA ਪ੍ਰੋਸੈਸ ਆ ਉਹ ਸਰਵਿਸ ਕੈਨੇਡਾ ਦੇਖਦਾ ਹੈਗਾ ਜੀ। ਸਰਵਿਸ ਕੈਨੇਡਾ ਆਪਦੇ ਹਿਸਾਬ ਨਾਲ ਪ੍ਰੋਸੈਸ ਕਰਦਾ, ਪਰ ਜਦੋਂ ਉਹ LMIA ਮਿਲ ਜਾਂਦਾ ਉਸ ਤੋਂ ਬਾਅਦ ਉਹ ਇਮੀਗ੍ਰੇਸ਼ਨ ਮਹਿਕਮਾ ਪ੍ਰੋਸੈਸ ਕਰਦਾ। ਸੋ ਉਹਦੇ ਵਿੱਚ ਵੀ ਜਿਹੜੀਆਂ ਪ੍ਰਾਇੋਰਟੀਜ਼ ਨੇ, ਉਹਨਾਂ ਨੇ ਜਿਹੜੇ ਵਰਕਰਸ ਕੰਮ ਕਰਨ ਵਾਲੇ ਨੇ ਸਰਟਨ ਸੈਕਟਰਸ 'ਚ ਉਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਹੈਗਾ, ਤੇ ਜਿਹੜੇ ਲੋ ਪ੍ਰਾਇੋਰਟੀ ਨੇ ਉਹ ਉਸ ਹਿਸਾਬ ਨਾਲ ਪ੍ਰੋਸੈਸ ਕੀਤੀਆਂ ਜਾ ਰਹੀਆਂ ਨੇ। ਪਰ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਸਿਰਫ ਹੁਣ ਆਨਲਾਈਨ ਹੀ ਹਾਲੇ ਫਿਲਹਾਲ ਲਈਆਂ ਜਾ ਰਹੀਆਂ ਨੇ, ਤੇ ਇਹਦੇ ਨਾਲ ਜਿਹੜੀਆਂ ਫਸਟ ਕਮ ਫਸਟ ਸਰਵ ਬੇਸਿਸ ਦੇ ਉੱਤੇ ਹੀ ਫਿਲਹਾਲ ਪ੍ਰੋਸੈਸ ਕੀਤੀਆਂ ਜਾ ਰਹੀਆਂ ਨੇ। ਪਰ ਜੇ ਪ੍ਰਾਇੋਰਟੀ ਹੈਗੀ ਹੈ ਸੈਕਟਰਸ ਦੇ ਵਿੱਚੋਂ, ਉਹਨੂੰ ਪਹਿਲਾਂ ਪ੍ਰੋਸੈਸ ਕੀਤਾ ਜਾ ਰਿਹਾ ਹੈ। ਸੋ ਜਿਹੜੇ ਲੋਕਾਂ ਨੇ ਆਲਰੇਡੀ ਅਪਲਾਈ ਕੀਤੀਆਂ ਹਨ ਜੀ, ਉਹਨਾਂ ਨੂੰ ਪਹਿਲਾਂ ਪ੍ਰੋਸੈਸ ਕੀਤਾ ਜਾਊਗਾ। ਜਿਹੜੇ ਬਾਅਦ ਚੋਂ ਅਪਲਾਈ ਕਰ ਰਹੇ ਨੇ ਬਾਅਦ ਚੋਂ ਨੇ, ਪਰ ਜੇ ਤੁਹਾਡੀ ਪ੍ਰਾਇੋਰਟੀ ਬੇਸਡ ਹੈ ਫਿਰ ਤੁਹਾਨੂੰ ਪਹਿਲਾਂ ਪ੍ਰੋਸੈਸ ਕੀਤਾ ਜਾਊਗਾ। ਜੀ ਬਿਲਕੁਲ। ਤੇ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਕਈ ਦਰਸ਼ਕ ਅਜਿਹੇ ਸਨ ਜਿਹੜੇ ਤੁਹਾਡੇ ਨਾਲ ਪਰਸਨਲ ਗੱਲ ਕਰਨਾ ਚਾਹੁੰਦੇ ਨੇ ਕਿ ਕਿਵੇਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ? ਕਿ ਵਾਕ-ਇਨ ਸਰਵਿਸਿਜ਼ ਤੁਹਾਡੀਆਂ ਓਪਨ ਨੇ? ਜੀ ਤਰਨ, ਪਰ ਅਸੀਂ ਪ੍ਰਾਇੋਰਟੀ ਦੇ ਰਹੇ ਹਾਂ ਜਿਹੜੇ ਕਿ ਅਪਾਇੰਟਮੈਂਟ ਲੈ ਕੇ ਆਉਂਦੇ ਨੇ। ਜੇ ਉਸ ਵੇਲੇ ਕੋਈ ਇੰਡੀਵਿਜੂਅਲ ਵਾਕ-ਇਨ ਆ ਜਾਂਦਾ ਤੇ ਅਵੇਲੇਬਲ ਸਪੌਟ ਹੁੰਦਾ, ਹਾਂਜੀ ਉਹਨਾਂ ਨੂੰ ਵਾਕ-ਇਨ ਵੀ ਲੈ ਲਿਆ ਜਾਂਦਾ ਹੈ। ਪਰ ਕਿਉਂਕਿ ਸਾਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਪੈਂਦਾ ਹੈਗਾ, ਸੋ ਜੇ ਉਸ ਵੇਲੇ ਆਲਰੇਡੀ ਅਪਾਇੰਟਮੈਂਟਸ ਹੋਣਾ ਤਾਂ ਉਹਨਾਂ ਨੂੰ ਬਾਹਰ ਇੰਤਜ਼ਾਰ ਹੈ ਜਿਹੜਾ ਉਹ ਕਰਨਾ ਪੈਂਦਾ ਹੈਗਾ। ਪਰ ਮੇਰੀ ਆਲਵੇਜ਼ ਇਹ ਰਿਕੁਐਸਟ ਹੈ ਕਿ ਉਹ ਅਪਾਇੰਟਮੈਂਟ ਜ਼ਰੂਰ ਲੈ ਕੇ ਆਉਣ ਜੀ।
ਤਾਂ ਕਿ ਉਸ ਵੇਲੇ ਉਹਨਾਂ ਨੂੰ ਹੀ ਮਿਲਿਆ ਜਾਵੇ ਤੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ। ਤੇ ਤਿੰਨੇ ਆਫਿਸਿਸ ਇਸ ਵੇਲੇ ਓਪਨ ਨੇ ਜੀ। ਜਿਹੜੇ ਆਵਰਸ ਨੇ ਉਹ 11 ਤੋਂ ਲੈ ਕੇ 5 ਵਜੇ। ਸਕਰੀਨ ਦੇ ਉੱਤੇ ਫੋਨ ਨੰਬਰਸ ਦੇਖ ਹੀ ਸਕਦੇ ਨੇ ਸਾਡੇ ਦਰਸ਼ਕ। ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ ਬਿਲਕੁਲ, ਆਪਣੇ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹਮੇਸ਼ਾ ਕਿ ਆਪਣੇ ਜਿਹੜੀ ਫੀਲਡ ਦੇ ਮਾਹਿਰ ਨੂੰ ਆਪਣੇ ਅਸੀਂ ਪ੍ਰੋਗਰਾਮ ਵਿੱਚ ਸ਼ਾਮਲ ਕਰੀਏ। ਸੋ ਗੁਰਪ੍ਰੀਤ ਖਹਿਰਾ ਜੀ ਨੂੰ ਲੰਬਾ ਤਜਰਬਾ ਹੈਗਾ ਇਸ ਫੀਲਡ ਦੇ ਵਿੱਚ ਤੇ ਕੋਸ਼ਿਸ਼ ਕਰੋ ਜੇਕਰ ਇਹਨਾਂ ਤੋਂ ਤੁਸੀਂ ਕੋਈ ਸਲਾਹ ਲੈਣਾ ਚਾਹੁੰਦੇ ਹੋ ਇਹਨਾਂ ਦੇ ਦਿੱਤੇ ਫੋਨ ਨੰਬਰਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਦਰਸ਼ਕਾਂ ਨੂੰ ਇੱਕ ਬੇਨਤੀ ਹੈ ਕਿ ਪ੍ਰੋਗਰਾਮ ਕਈ ਵਾਰੀ ਇਹ ਜਦੋਂ ਤੁਸੀਂ YouTube ਤੇ ਦੇਖਦੇ ਹੋ ਜਾਂ ਫਿਰ Facebook ਤੇ ਦੇਖਦੇ ਹੋ ਟਾਈਮਿੰਗ ਜ਼ਰੂਰ ਚੈੱਕ ਕਰ ਲਿਆ ਕਰੋ। ਕਈ ਵਾਰੀ ਰਿਕਾਰਡਡ ਪ੍ਰੋਗਰਾਮ ਹੁੰਦਾ ਆ, ਸੋ ਤੁਸੀਂ ਉਸ ਟਾਈਮ ਸਟੂਡੀਓ ਵਿੱਚ ਕਾਲ ਕਰਦੇ ਹੋ ਤੇ ਅਸੀਂ ਤੁਹਾਡੀ ਕਾਲ ਦਾ ਜਵਾਬ ਦੇਣ ਦੇ ਫਿਰ ਸਮਰੱਥ ਨਹੀਂ ਹੁੰਦੇ ਹੈਗੇ। ਸੋ ਪ੍ਰੋਗਰਾਮ ਇੱਕ ਵਾਰੀ ਚੈੱਕ ਕਰਕੇ ਜੇ ਉਹ ਲਾਈਵ ਨਹੀਂ ਹੈਗਾ ਤੁਸੀਂ ਸੰਬੰਧਿਤ ਕੰਸਲਟੈਂਟ ਨਾਲ ਉਹਨਾਂ ਦੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ 6 ਵਜੇ ਫਿਰ ਹਾਜ਼ਰ ਹੋਵਾਂਗੇ ਲੈ ਕੇ ਨਿਊਜ਼ ਐਂਡ ਵਿਊਜ਼। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।